ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜੁਨ ਗੁਰੂ, ਬਰ ਸ਼੍ਰੀ ਹਰਿ ਗੋਬਿੰਦ। ਹਰ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੁੱਧੀਆ ਤੰਤਰ ਮੰਤਰ ਤੇ ਨਾਸ ਕਰਨ ਢੇਲ। ਭੂਗ ਕੇ ਹੱਥ ਹੋਤ ਹੈ, ਜਾਤੇ ਕੀਨਾ ਚੇਤ। ਦੋਹਰਾ ਬੁੱਧੀਆ ਤੰਤਰ ਮੰਤਰ ਤੇ ਨਾਸ ਕਰਨ ਢੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਸ਼ੁਭਾਏਮਾਨ। ਚਾਵਰ ਛਤਰ ਤਖਤ ਦੇ ਮਾਲਕ, ਅਤ ਉੱਚਾ ਤਾਕਾ ਦਰਬਾਰਾ। ਅੰਤ ਨਹੀਂ ਕਿਛ ਪਾਰਾ ਵਾਰਾ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ, ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਜਲੰਧਰ ਵਿਖੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਨੇ ਸਤਿਗੁਰਾਂ ਦਾ ਸੁੰਦਰ ਇਤਿਹਾਸ ਆਪਣੀ ਕਲਮ ਦੁਆਰਾ ਅੰਕਿਤ ਕੀਤਾ ਹੈ। ਆਪਾਂ ਹਰ ਰੋਜ਼ ਉਸ ਵਿੱਚੋਂ ਇੱਕ ਨਵਾਂ ਅਧਿਆਏ ਜਾਂ ਉਸ ਅਧਿਆਏ ਦਾ ਜੋ ਰਹਿੰਦਾ ਪੱਖ ਹੁੰਦਾ, ਰਹਿੰਦਾ ਭਾਗ ਹੁੰਦਾ ਹੈ, ਉਹਨੂੰ ਵਿਚਾਰਦੇ ਹਾਂ, ਉਸ ਦੀ ਸੰਪੂਰਨਤਾ ਕਰਦੇ ਹਾਂ। ਗੁਰੂ ਕੇ ਜੀਵਨ ਬਾਰੇ, ਗੁਰੂ ਕੇ ਕੌਤਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ। ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮੇਸ਼ ਪਿਤਾ ਜੀ ਦਾ ਪਵਿੱਤਰ ਜੀਵਨ ਇਤਿਹਾਸ ਆਪਾਂ ਸਰਵਣ ਕਰ ਰਹੇ ਸੀ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਨੰਦ ਬਖੇਰ ਰਹੇ ਹਨ। ਗੁਰੂ ਕੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰ ਰਹੇ ਹਨ, ਨਿਹਾਲ ਕਰ ਰਹੇ ਹਨ। ਸਤਿਗੁਰਾਂ ਨੇ ਸਜੇ ਹੋਏ ਦੀਵਾਨ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਹੁਕਮ ਕੀਤਾ
ਕਿ ਆਪਣੇ ਗੁਰਦਰਬਾਰ ਦੇ ਵਿੱਚ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਕਵੀ ਜਨ, ਕਵੀਸ਼ਰ ਜਨ ਹਨ, ਜਿਹੜੇ ਧਾਰਮਿਕ ਪੁਸਤਕਾਂ ਦੇ ਬੜੇ ਗਿਆਤਾ ਹਨ, ਬੜੇ ਬੁੱਧੀਮਾਨ ਹਨ। ਹਰ ਇੱਕ ਸਵਾਲ ਦਾ ਉਹਨਾਂ ਕੋਲ ਉੱਤਰ ਹੁੰਦਾ ਹੈ। ਮੇਰੇ ਮਨ ਵਿੱਚ ਅੱਜ ਕੁਝ ਕੁ ਪ੍ਰਸ਼ਨ ਉਤਪੰਨ ਹੋਏ ਹਨ। ਤੁਸੀਂ ਜਾਓ ਗੁਰੂ ਕੇ ਸਿੱਖੋ, ਉਹਨਾਂ ਸਾਰੇ ਵਿਦਵਾਨਾਂ ਨੂੰ, ਸਾਰੇ ਕਵੀਆਂ ਨੂੰ ਬੁਲਾ ਕੇ ਗੁਰਦਰਬਾਰ ਵਿੱਚ ਲੈ ਕੇ ਆਓ, ਤਾਂ ਜੋ ਮੇਰੇ ਸਵਾਲਾਂ ਦਾ ਉੱਤਰ ਉਹ ਯਥਾ ਸ਼ਕਤ ਦੇ ਸਕਣ। ਇਉਂ ਸਤਿਗੁਰੂ ਜੀ ਨੇ ਜਦੋਂ ਹੁਕਮ ਕੀਤਾ ਤੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਕੁਝ ਸਿੱਖ ਉਹਨਾਂ ਵਿਦਵਾਨ ਗੁਰਮੁਖਾਂ ਦੇ ਟਿਕਾਣਿਆਂ 'ਤੇ, ਉਹਨਾਂ ਦੇ ਆਸਣਾਂ 'ਤੇ, ਉਹਨਾਂ ਦੇ ਡੇਰਿਆਂ 'ਤੇ ਗਏ। ਉਹਨਾਂ ਨੂੰ ਕਮਰਿਆਂ ਵਿੱਚੋਂ, ਤੰਬੂਆਂ ਦੇ ਵਿੱਚੋਂ, ਜਿਸ ਤਰ੍ਹਾਂ ਦਾ ਵੀ ਉਸ ਵੇਲੇ ਰਹਿਣ ਦਾ ਪ੍ਰਬੰਧ ਸੀ, ਬੁਲਾ ਕੇ ਗੁਰਦਰਬਾਰ ਦੇ ਵਿੱਚ ਲੈ ਕੇ ਆਏ। ਗੁਰਦਰਬਾਰ ਦੇ ਵਿੱਚ ਕਈ ਕਵੀ ਪਹੁੰਚੇ, ਜਿਨ੍ਹਾਂ ਦੇ ਨਾਮ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਪ੍ਰਸੰਗ ਦੇ ਵਿੱਚ ਲਿਖੇ ਵੀ ਹੈ। ਸਭ ਤੋਂ ਪਹਿਲਾਂ ਕੇਸ਼ੋ ਦਾਸ ਦਾ ਪੁੱਤਰ ਕੁਵਰੇਸ਼ ਉਹ ਪਹੁੰਚਿਆ, ਜਿਨੇ ਮਹਾਭਾਰਤ ਦੇ ਵਿੱਚ ਦਰੋਣਾ ਪਰਵ ਦਾ ਭਾਸ਼ਾ ਦੇ ਵਿੱਚ ਸੰਸਕ੍ਰਿਤ ਤੋਂ ਭਾਸ਼ਾ ਵਿੱਚ ਤਰਜਮਾ ਕੀਤਾ, ਟਰਾਂਸਲੇਸ਼ਨ ਕੀਤੀ। ਸੋ ਉਹ ਵਿਦਵਾਨ ਕੁਵਰੇਸ਼ ਵੀ ਪਹੁੰਚਿਆ ਹੈ। ਔਰ ਇਸੇ ਪ੍ਰਕਾਰ ਹੋਰ ਕਵੀ ਜਨ ਗੁਣੀਆਂ ਜੀ, ਸੁਖੀਆ ਜੀ, ਬੱਲਭ, ਧਿਆਨ ਸਿੰਘ ਇਤਿਆਦਿਕ ਹੋਰ ਵੀ ਗੁਰਦਰਬਾਰ ਵਿੱਚ, ਜੋ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ 52 ਕਵੀ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਮੇਸ਼ਾ ਹੀ ਹਾਜ਼ਰ ਰਹਿੰਦੇ ਸਨ, ਉਹਨਾਂ ਦੇ ਦਰਬਾਰ ਵਿੱਚ। ਸੋ ਇਹਨਾਂ ਸਾਰੇ ਕਵੀ ਜਨਾਂ ਨੂੰ, ਸਾਰੇ ਵਿਦਵਾਨਾਂ ਨੂੰ ਸਤਿਗੁਰੂ ਜੀ ਦਾ ਜਦੋਂ ਸੱਦਾ ਮਿਲਿਆ, ਹੁਕਮ ਮਿਲਿਆ, ਤਾਂ ਇਹ ਸਾਰੇ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰ ਹੋਏ। ਸਤਿਗੁਰੂ ਜੀ ਨੂੰ ਆ ਕੇ ਇਹਨਾਂ ਨਮਸਕਾਰਾਂ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਗਏ। ਸਤਿਗੁਰੂ ਜੀ ਦਾ ਦਰਸ਼ਨ ਦੀਦਾਰੇ ਕਰਨ ਲੱਗ ਪਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਰੇ ਇਹ ਵਿਦਵਾਨ ਜਨ ਪਹੁੰਚ ਗਏ, ਤਾਂ ਉਸ ਵੇਲੇ 9 ਸਵਾਲ ਇਹਨਾਂ ਕਵੀਆਂ ਨੂੰ ਕੀਤੇ, ਜਿਹੜੇ ਆਪਾਂ ਕੱਲ੍ਹ ਵੀ ਸਰਵਣ ਕੀਤੇ ਸਨ। ਉਹ 9 ਸਵਾਲ ਕਿਹੜੇ ਕਿਹੜੇ ਸਨ? ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸਵਾਲ ਇਹ ਕੀਤਾ ਕਿ ਵਿਦਵਾਨ ਜਨੋ, ਕਵੀ ਜਨੋ, ਤੁਹਾਡੇ ਉੱਤੇ ਬਹੁਤ ਕਿਰਪਾ ਹੈ, ਤੁਸੀਂ ਬੜੀਆਂ ਧਾਰਮਿਕ ਪੁਸਤਕਾਂ ਪੜ੍ਹਦੇ ਹੋ, ਗਿਆਨ ਦਾ ਤੁਹਾਡੇ ਕੋਲ ਖਜ਼ਾਨਾ ਹੈ। ਮੇਰੇ ਪਹਿਲੇ ਸਵਾਲ ਦਾ ਉੱਤਰ ਦਿਓ ਕਿ ਕਹਿ ਤੇ ਸੁਪਨਾ ਪਾਵਹਿ ਪ੍ਰਾਨੀ। ਜਿਹੜਾ ਪ੍ਰਾਣਾਧਾਰੀ ਜੀਵ ਹੈ, ਮਨੁੱਖ ਹੈ, ਇਹਨੂੰ ਸੁਪਨਾ ਕਿਵੇਂ ਆਉਂਦਾ, ਕਿੱਥੋਂ ਆਉਂਦਾ, ਕਿਉਂ ਆਉਂਦਾ, ਕਿਵੇਂ ਆਉਂਦਾ, ਸਰੀਰ ਦੇ ਕਿਹੜੇ ਅੰਗ ਵਿੱਚ ਇਹ ਸੁਪਨਾ ਚੱਲਦਾ ਹੈ, ਸੁਪਨਾ ਆਉਣ ਦਾ ਕਾਰਨ ਕੀ ਹੈ, ਇਹ ਮੈਨੂੰ ਦੱਸੋ। ਉਸ ਤੋਂ ਅਗਲਾ ਸਵਾਲ ਕੀਤਾ ਕਿ ਜਿਹੜਾ ਨਿਸਪਤੀ ਹੈ, ਚੰਦਰਮਾ ਹੈ, ਰਾਤਰੀ ਦਾ ਮਾਲਕ, ਸੋ ਉਹ ਸ਼ਾਮ ਕਿਉਂ ਆ, ਕਾਲਾ ਕਿਉਂ ਆ, ਵਿੱਚ ਵਿੱਚ ਉਹਦੇ ਬਹੁਤ ਵੱਡਾ ਦਾਗ ਕਿਉਂ ਹੈ, ਉਹ ਸਾਫ਼ ਕਿਉਂ ਨਹੀਂ ਹੈ, ਉਹਦੇ ਵਿੱਚ ਦਾਗ ਕਿਉਂ ਪਿਆ। ਇਸੇ ਤਰ੍ਹਾਂ ਤੀਜਾ ਸਵਾਲ ਕੀਤਾ ਕਿ ਜਿਹੜੇ ਬ੍ਰਾਹਮਣ ਲੋਕ ਹੈ, ਹਿੰਦੂ ਲੋਕ ਹੈ, ਉਹ ਪੱਗ ਨੂੰ ਸਿਰ ਤੋਂ ਉਤਾਰ ਕੇ ਗੋਡਿਆਂ ਦੇ ਉੱਤੇ ਰੱਖਣ ਨੂੰ ਸ਼ੁਭ ਕਿਉਂ ਮੰਨਦੇ ਹੈ। ਸਰੀਰ ਦੇ ਕਿਸੇ ਹੋਰ ਅੰਗ ਦੇ ਉੱਤੇ, ਮੋਢਿਆਂ ਦੇ ਉੱਤੇ ਜਾਂ ਪੈਰਾਂ ਦੇ ਉੱਤੇ ਜਾਂ ਹੋਰ ਕਿਤੇ ਪੱਗ ਕਿਉਂ ਨਹੀਂ ਰੱਖੀ ਜਾਂਦੀ। ਜਿਹੜੇ ਹਿੰਦੂ ਲੋਕ ਹੈ, ਉਹ ਪੱਗ ਨੂੰ ਸਿਰੋਂ ਉਤਾਰ ਕੇ ਗੋਡਿਆਂ ਦੇ ਉੱਤੇ ਰੱਖਣਾ ਸ਼ੁਭ ਕਿਉਂ ਮੰਨਦੇ ਆ। ਇਸ ਸਵਾਲ ਦਾ ਵੀ ਉੱਤਰ ਦਿਓ। ਤੇ ਇਸੇ ਤਰ੍ਹਾਂ ਸਵਾਲ ਕੀਤਾ ਕਿ ਕਹਿੰਦੇ ਜਦੋਂ ਕੋਈ ਮਨੁੱਖ ਪਿਸ਼ਾਬ ਕਰਦਾ ਹੈ, ਉਸ ਤੋਂ ਬਾਅਦ ਥੁੱਕਿਆ ਕਿਉਂ ਜਾਂਦਾ ਹੈ। ਇਹ ਹਿੰਦੂ ਲੋਕ ਖਾਸ ਕਰਕੇ ਇਸ ਗੱਲ ਦਾ ਖਿਆਲ ਕਰਦੇ ਹੈ ਕਿ ਪਿਸ਼ਾਬ ਆਦਿਕ ਕਿਰਿਆ ਕਰਨ ਤੋਂ ਬਾਅਦ ਇਹ ਥੁੱਕਦੇ ਹੈ, ਇਹਦਾ ਵੀ ਕੋਈ ਕਾਰਨ ਹੋਵੇਗਾ, ਇਹਦਾ ਵੀ ਯਥਾ ਸ਼ਕਤ ਉੱਤਰ ਦਿਓ। ਤੇ ਇਸੇ ਤਰ੍ਹਾਂ ਸਵਾਲ ਕੀਤਾ ਕਿ ਚੂਨ ਪਕਾਵਨ ਜਬ ਹੀ ਲਾਗੇ, ਤਾਂ ਜਦੋਂ ਭੋਜਨ ਪ੍ਰਸ਼ਾਦਾ ਪਕਾਉਣਾ ਹੁੰਦਾ ਹੈ, ਆਟਾ ਗੁੰਨਿਆ ਹੁੰਦਾ ਮਾਈਆਂ ਬੀਬੀਆਂ ਨੇ, ਤੇ ਕਹਿੰਦੇ ਉਸ ਵੇਲੇ ਆਟੇ ਦੇ ਜਿਹੜੀ ਤੌਣ ਹੁੰਦੀ ਆ, ਜਿਹੜੇ ਆਟੇ ਦੀ ਉਹ ਥੜੀ ਜਿਹੀ ਬਣਾਈ ਹੁੰਦੀ ਹੈ, ਛੋਟੀ ਜਿਹੀ ਆਟਾ ਗੁੰਨ ਕੇ ਇਕੱਠਾ ਕੀਤਾ ਹੁੰਦਾ ਇੱਕ ਜਗ੍ਹਾ ਦੇ ਉੱਤੇ, ਕਹਿੰਦੇ ਉਹ ਤੌਣ ਦੇ ਨਾਲ ਥੋੜ੍ਹਾ ਜਿਹਾ ਆਟਾ ਪਹਿਲਾ ਪੇੜਾ ਤੋੜ ਕੇ ਬੀਬੀਆਂ ਉਹ ਤੌਣ ਦੇ ਪਿਛਲੇ ਪਾਸਿਓਂ ਕਿਉਂ ਲਾ ਦਿੰਦੀਆਂ, ਇਹਦਾ ਵੀ ਕਾਰਨ ਦੱਸੋ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸਵਾਲ ਕੀਤਾ। ਉਸ ਤੋਂ ਅਗਲਾ ਸਵਾਲ ਸੀ
ਕਿ ਕਈ ਵਾਰ ਬੰਦਾ ਬਿਨਾਂ ਬੁਲਾਏ ਤੇ ਹੀ ਬੋਲਦਾ ਰਹਿੰਦਾ ਹੈ। ਸਾਹਮਣੇ ਵਾਲੇ ਬੰਦੇ ਦਾ ਧਿਆਨ ਨਹੀਂ ਹੁੰਦਾ, ਸਾਹਮਣੇ ਵਾਲਾ ਬੰਦਾ ਗੱਲ ਸੁਣਨੀ ਨਹੀਂ ਚਾਹੁੰਦਾ, ਪਰ ਉਹ ਬਿਨਾਂ ਬੁਲਾਏ ਹੀ ਬੋਲਦਾ ਹੈ, ਬਕਵਾਦ ਕਰਦਾ ਰਹਿੰਦਾ, ਬੰਦਾ ਬੋਲਦਾ ਹੀ ਰਹਿੰਦਾ। ਇਹਦਾ ਕੀ ਕਾਰਨ ਹੈ? ਬਿਨਾਂ ਬੁਲਾਏ ਕਿਉਂ ਬੋਲਦਾ ਬੰਦਾ? ਜਦੋਂ ਸਾਹਮਣਿਓਂ ਕੋਈ ਰਿਸਪੌਂਸ ਹੀ ਨਹੀਂ ਮਿਲ ਰਿਹਾ, ਕੋਈ ਉੱਤਰ ਨਹੀਂ ਮਿਲ ਰਿਹਾ, ਸਾਹਮਣੇ ਵਾਲਾ ਬੰਦਾ ਗੱਲ ਸੁਣਨੀ ਨਹੀਂ ਚਾਹੁੰਦਾ, ਫਿਰ ਬੰਦਾ ਬੋਲਦਾ ਕਿਉਂ ਹੈ? ਇਹਦਾ ਵੀ ਕੋਈ ਕਾਰਨ ਹੋਏਗਾ, ਉਹ ਵੀ ਦੱਸੋ। ਇਸੇ ਤਰ੍ਹਾਂ ਕਹਿੰਦੇ ਧਨ ਟੰਕਾਰ ਕਰੈ ਕਿਉਂ ਨਰ ਹੈ। ਜਿਹੜਾ ਸੂਰਮਾ ਹੈ ਮਨੁੱਖ, ਮੈਦਾਨੇ ਜੰਗ ਵਿੱਚ ਜਦੋਂ ਜਾਂਦਾ ਹੈ ਤੇ ਉਹ ਆਪਣੇ ਧਨੁੱਖ ਦਾ ਚਿੱਲਾ ਖਿੱਚ ਕੇ ਉਹਦੀ ਟਣਕਾਰ ਕਿਉਂ ਕਰਦਾ? ਉਹਨੂੰ ਕਿਉਂ ਟਣਕਾਉਂਦਾ ਹੈ? ਚਿੱਲੇ ਨੂੰ ਖਿੱਚ ਕੇ, ਧਨੁੱਖ ਦੀ ਤੰਦੀ ਨੂੰ ਖਿੱਚ ਕੇ ਉਹਨੂੰ ਚਿਰੜ ਚਿਰੜ ਕਿਉਂ ਕਰਾਉਂਦਾ ਹੈ? ਇਹਦਾ ਕੀ ਕਾਰਨ ਹੈ? ਇਹ ਵੀ ਮੈਨੂੰ ਦੱਸੋ। ਉਸ ਤੋਂ ਅਗਲਾ ਸਵਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਿਆਣੇ ਲੋਕ ਹੈ, ਬੁੱਧੀਵਾਨ ਲੋਕ ਹੈ, ਧਾਰਮਿਕ ਲੋਕ ਹੈ, ਉਹ ਸਿਆਣੇ ਲੋਕ ਤੰਬਾਕੂ ਦੀ ਬੂਟੀ ਨੂੰ ਹੱਥ ਕਿਉਂ ਨਹੀਂ ਲਾਉਂਦੇ? ਤੰਬਾਕੂ ਨੂੰ ਹੱਥ ਲੱਗ ਜਾਣ ਤੇ ਨਾਲ ਦੀ ਨਾਲ ਇਸ਼ਨਾਨ ਕਰਦੇ ਆ। ਤੰਬਾਕੂ ਨੂੰ ਹੱਥ ਲਾਉਣਾ ਬੁਰਾ ਮੰਨਦੇ ਹੈ। ਕਹਿੰਦੇ ਤੰਬਾਕੂ ਨੂੰ ਹੱਥ ਕਿਉਂ ਨਹੀਂ ਲਾਉਂਦੇ ਜਦ ਕਿ ਦੁਨੀਆ ਵਿੱਚ ਹੋਰ ਵੀ ਬਨਸਪਤੀ ਹੈ, ਜੜੀ ਬੂਟੀਆਂ, ਉਹਨਾਂ ਨੂੰ ਆਪਾਂ ਹੱਥ ਲਾ ਲੈਂਦੇ ਹਾਂ, ਹੋਰ ਦਰਖਤਾਂ ਦੇ ਪੱਤਿਆਂ ਨੂੰ ਹੱਥ ਲਾ ਲੈਂਦੇ ਹਾਂ। ਉਦੋਂ ਕੋਈ ਇਸ ਤਰ੍ਹਾਂ ਦਾ ਖਿਆਲ ਨਹੀਂ ਕਰਦਾ, ਪਰ ਤੰਬਾਕੂ ਨੂੰ ਕਿਉਂ ਨਹੀਂ ਛੂਹਦੇ ਦੁਨੀਆ ਦੇ ਲੋਕ, ਜਿਹੜੇ ਸਿਆਣੇ ਲੋਕ ਹੈ? ਇਸ ਸਵਾਲ ਦਾ ਵੀ ਜਵਾਬ ਦਿਓ। ਫਿਰ ਅਗਲਾ ਸਵਾਲ ਸੀ, ਕਹਿੰਦੇ ਦਸਵੀਂ ਦੀ ਕਥਾ ਕੀਤੀ ਜਾਂਦੀ ਹੈ, ਇਕਾਦਸ਼ੀ ਦੀ ਕਥਾ ਕਰਕੇ ਪੰਡਤ ਲੋਕ, ਬ੍ਰਾਹਮਣ ਲੋਕ ਬੜਾ ਮਹਾਤਮ ਦੱਸਦੇ ਹੈ, ਕਿਉਂਕਿ 24 ਇਕਾਦਸ਼ੀਆਂ ਇੱਕ ਸਾਲ ਵਿੱਚ ਆਉਂਦੀਆਂ, ਇੱਕ ਮਹੀਨੇ ਵਿੱਚ 2 ਇਕਾਦਸ਼ੀਆਂ ਆਉਂਦੀਆਂ। 2 ਪੱਖ ਹੁੰਦੇ ਆ ਨਾ, ਚੰਦਰਮਾ ਦੇ ਸਾਲ ਦੇ, ਚੰਦਰਮਾ ਦੇ ਮਹੀਨੇ ਦੇ। ਚੰਦਰਮਾ ਦੇ ਸਾਲ ਵਿੱਚ ਜਿਹੜੇ ਮਹੀਨੇ ਆਉਂਦੇ ਆ 30-30 ਦਿਨਾਂ ਦੇ, ਸੋ ਉਹਦੇ ਵਿੱਚ 2 ਵਾਰ ਆਉਂਦੀਆਂ ਥਿੱਤਾਂ ਜਿਹੜੀਆਂ, ਏਕਮ ਤੋਂ ਲੈ ਕੇ ਪੂਰਨਮਾਸ਼ੀ ਤੱਕ। ਤੇ ਕਹਿੰਦੇ ਇੱਕ ਮਹੀਨੇ ਵਿੱਚ 2 ਵਾਰੀ, ਇਸੇ ਤਰ੍ਹਾਂ 12 ਮਹੀਨਿਆਂ ਵਿੱਚ 24 ਵਾਰੀ। ਤੇ ਜਾਂ ਜਿਹੜਾ 13ਵਾਂ ਮਹੀਨਾ ਕਿਸੇ ਤੀਜੇ ਸਾਲ ਵਿੱਚ ਜਦੋਂ ਆਉਂਦਾ ਹੈ ਦਿਨ ਪੂਰੇ ਕਰਨ ਵਾਸਤੇ, ਮੱਲ ਮਾਸ ਜਿਹਨੂੰ ਆਪਾਂ ਕਹਿੰਦੇ ਆ, ਕਈ ਦਿਨ ਪਹਿਲਾਂ ਆਪਾਂ ਸੁਣਿਆ ਸੀ, ਤੁਹਾਡੇ ਧਿਆਨ ਵਿੱਚ ਹੋਣਾ ਕਿ 13ਵਾਂ ਮਹੀਨਾ ਇੱਕ ਵਧਾ ਦਿੱਤਾ ਜਾਂਦਾ ਹੈ ਸਾਲ ਦੇ ਦਿਨਾਂ ਨੂੰ ਪੂਰਿਆਂ ਕਰਨ ਵਾਸਤੇ, ਉਹਨੂੰ ਮੱਲ ਮਾਸ ਕਹਿੰਦੇ ਆ। ਮੱਲ ਮਾਸ ਕੜਮਾ ਮਹੀਨਾ ਵੀ ਮੰਨਿਆ ਜਾਂਦਾ ਹੈ। ਉਸ ਮਹੀਨੇ ਵਿੱਚ ਕੋਈ ਸ਼ੁਭ ਕਰਮ ਨਹੀਂ, ਜਿਹੜੇ ਇਸ ਤਰ੍ਹਾਂ ਦਾ ਖਿਆਲ ਕਰਦੇ ਆ ਥਿੱਤਾਂ ਵਾਰਾਂ ਦਾ, ਉਹ ਕਰਦੇ ਨਹੀਂ। ਉਸ ਮਹੀਨੇ ਵਿੱਚ ਕੋਈ ਸ਼ੁਭ ਕਾਰਜ ਨਹੀਂ ਕਰਦੇ। ਸੋ ਕਹਿੰਦੇ 24 ਜਾਂ ਜਦੋਂ ਮੱਲ ਮਾਸ ਦਾ ਮਹੀਨਾ ਹੋਵੇ 25 ਕੁ ਥਿੱਤਾਂ ਇੱਕ ਸਾਲ ਦੇ ਵਿੱਚ ਆਉਂਦੀਆਂ ਹੈ। ਤੇ ਇਹਨਾਂ ਥਿੱਤਾਂ ਦੇ ਵਿੱਚੋਂ ਇਕਾਦਸ਼ੀ ਦੇ ਵਰਤ ਰੱਖਣ ਦੀ, ਇਕਾਦਸ਼ੀ ਦੀ ਕਥਾ ਸੁਣਨ ਦੀ ਬੜੀ ਮਹਾਨਤਾ ਬ੍ਰਾਹਮਣ ਲੋਕ ਦੱਸਦੇ ਆ, ਬੜਾ ਮਹਾਤਮ ਦੱਸਦੇ ਆ। ਪਰ ਦੁਆਦਸ਼ੀ ਜਿਹੜੀ 12ਵੀਂ ਹੈ, 12ਵੀਂ ਥਿੱਤ ਹੈ, ਉਸ ਦਿਨ ਕਥਾ ਕਿਉਂ ਨਹੀਂ ਕਰਦੇ? ਜਾਂ ਉਸ ਕਥਾ ਦਾ ਮਹਾਤਮ ਕੋਈ ਕਿਉਂ ਨਹੀਂ ਦੱਸਦਾ? ਉਸ ਦਿਨ ਕਥਾ ਕੋਈ ਕਿਉਂ ਨਹੀਂ ਸੁਣਦਾ? ਇਹਦਾ ਵੀ ਕਾਰਨ ਦੱਸੋ। ਇਸ ਸਵਾਲ ਦਾ ਵੀ ਜਵਾਬ ਦਿਓ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 9 ਸਵਾਲ ਲਗਾਤਾਰ ਇੱਕੋ ਟਕੇ ਕਰ ਦਿੱਤੇ। ਤੇ ਫਿਰ ਇਹਨਾਂ ਦੇ ਵਿੱਚੋਂ ਜਿਹੜੇ ਕਵੀ ਸੀ, 1-2 ਕਵੀਆਂ ਨੇ, ਸਭ ਤੋਂ ਪਹਿਲਾਂ ਕੁਵਰੇਸ਼ ਨੇ ਜਵਾਬ ਦਿੱਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਸੁਪਨਾ ਆਉਂਦਾ, ਜਿਹੜਾ ਅਸੀਂ ਭੋਜਨ ਛਕਦੇ ਹਾਂ, ਉਹਦਾ ਜਿਹੜਾ ਰਸ ਹੁੰਦਾ ਹੈ, ਉਹਦਾ ਦਬਾਅ ਸਾਡੀਆਂ ਜਿਹੜੀਆਂ ਨਾੜੀਆਂ ਦੇ ਉੱਤੇ, ਬਰੀਕ ਨਾੜੀਆਂ ਦੇ ਉੱਤੇ ਪੈ ਜਾਂਦਾ ਹੈ। ਤੇ ਜਿਹੜੀ ਜੀਵ ਕਲਾ ਸਾਡੀ ਜਿੰਦ ਹੈ, ਉਹ ਉਸ ਵੇਲੇ ਪੁਰੀਤਤ ਨਾੜੀ ਦੇ ਵਿੱਚ ਚਲੇ ਜਾਂਦੀ ਹੈ। ਤੇ ਜਦੋਂ ਭੋਜਨ ਪਚ ਜਾਂਦਾ ਹੈ ਤੇ ਉਹ ਜੀਵ ਕਲਾ ਬਾਹਰ ਆਉਂਦੀ ਹੈ। ਤੇ ਫਿਰ ਦਿਨ ਦੇ ਵਿੱਚ ਜਿਹੜੇ ਅਸੀਂ ਸੰਕਲਪ ਵਿਕਲਪ ਕੀਤੇ ਹੁੰਦੇ ਆ, ਜੋ ਕੁਝ ਸੋਚਿਆ ਦੇਖਿਆ ਸੁਣਿਆ ਹੁੰਦਾ ਹੈ, ਜੋ ਸਾਡੇ ਦਿਲ ਦਿਮਾਗ ਵਿੱਚ ਸੰਸਕਾਰ ਬਣ ਕੇ ਬਹਿ ਜਾਂਦਾ ਹੈ, ਤਾਂ ਉਹ ਸਾਨੂੰ ਰਾਤ ਨੂੰ ਦਿਖਾਈ ਦਿੰਦਾ। ਇਸ ਕਰਕੇ ਸੁਪਨਾ ਆਉਂਦਾ ਹੈ। ਅਗਲੇ ਸਵਾਲ ਦਾ ਜਵਾਬ ਦਿੱਤਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਬੱਲਭ ਕਵੀ ਨੇ ਜਵਾਬ ਦਿੱਤਾ ਸੀ ਕਿ ਜਿਹੜਾ ਗੌਤਮ ਰਿਖੀ ਸੀ, ਉਸ ਦੀ ਇਸਤਰੀ ਅਹਿਲਿਆ ਦੇ ਨਾਲ ਕੁਕਰਮ ਕਰਨੇ ਕਰਕੇ ਜੋ ਇੰਦਰ ਨੇ ਕੁਕਰਮ ਕੀਤਾ, ਉਹਦੇ ਵਿੱਚ ਉਹਦਾ ਸਾਥੀ ਬਣਿਆ ਸੀ ਇੰਦਰ ਚੰਦਰਮਾ। ਸੋ ਇੰਦਰ ਦੇ ਕੁਕਰਮ ਦੇ ਵਿੱਚ ਜਿਹੜਾ ਚੰਦਰਮਾ ਸਾਥੀ ਬਣਿਆ ਸੀ, ਤੇ ਗੌਤਮ ਰਿਖੀ ਨੇ ਉਹਦੇ ਗਿੱਲਾ ਪਰਨਾ ਮਾਰਿਆ ਸੀ, ਜਿਸ ਕਰਕੇ ਉਹ ਦਾਗੀ ਹੈ ਇੱਕ ਕਰਮ ਕਰਨੇ ਕਰਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਚੰਦਰਮਾ ਦੇ ਵਿੱਚ ਦਾਗ ਹੈ। ਤੇ ਅਗਲਾ ਸਵਾਲ ਜਿਹੜਾ ਸੀ ਕਿ ਲੋਕ ਜਿਹੜੇ ਹਿੰਦੂ ਲੋਕ ਹੈ, ਉਹ ਪੱਗ ਨੂੰ ਗੋਡਿਆਂ ਦੇ ਉੱਤੇ ਰੱਖਣਾ ਸ਼ੁਭ ਕਿਉਂ ਮੰਨਦੇ ਹੈ? ਤਾਂ ਜਵਾਬ ਦਿੱਤਾ ਸੀ ਗੁਣੀਆ ਕਵੀ ਨੇ
ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਗੰਗਾ ਹੈ ਸੋ ਇਸ ਨੂੰ ਭਗੀਰਥ ਰਖੀ, ਭਗੀਰਥ ਤਪਾ ਮਾਤ ਲੋਕ ਦੇ ਵਿੱਚ ਲੈ ਕੇ ਆਇਆ ਸੀ। ਸੰਸਾਰ ਦੇ ਵਿੱਚ ਦੁਨੀਆ ਵਿੱਚ ਹੜ੍ਹ ਨਾ ਆ ਜਾਣ, ਇਸ ਕਰਕੇ ਸ਼ਿਵ ਜੀ ਭਗਵਾਨ ਨੂੰ ਬੇਨਤੀ ਕਰਨ ਤੇ ਉਹਨਾਂ ਨੇ ਜਟਾ ਦੇ ਵਿੱਚ ਇਸ ਗੰਗਾ ਨੂੰ ਸਮੋ ਲਿਆ ਸੀ। ਫਿਰ ਬਾਅਦ ਵਿੱਚ ਇਹ ਗੰਗਾ ਦੀਆਂ 3 ਧਾਰਾਂ ਆਪਣੀਆਂ 3 ਜਟਾਵਾਂ ਦੇ ਵਿੱਚੋਂ ਸ਼ਿਵ ਜੀ ਭਗਵਾਨ ਨੇ ਵਗਾਈਆਂ ਸੀ ਤੇ ਜਾਨੂ ਰਿਖੀ ਨੇ ਇਸ ਨੂੰ ਪੀ ਲਿਆ ਸੀ। ਜਾਨੂ ਰਿਖੀ ਦੇ ਪੀਣ ਤੋਂ ਜਦੋਂ ਉਹਨੂੰ ਬੇਨਤੀ ਕੀਤੀ ਕਿ ਗੰਗਾ ਵਗਾਈ ਜਾਵੇ ਤਾਂ ਉਹਨਾਂ ਨੇ ਪਵਿੱਤਰ ਅੰਗ ਜਾਣ ਕਰਕੇ ਆਪਣੇ ਗੋਡਿਆਂ ਦੇ ਵਿੱਚੋਂ ਬਾਹਰ ਕੱਢਿਆ ਸੀ ਗੰਗਾ ਦਾ ਵੇਗ। ਇਸ ਕਰਕੇ ਗੋਡਿਆਂ ਨੂੰ ਪਵਿੱਤਰ ਅੰਗ ਜਾਣ ਕਰਕੇ ਹਿੰਦੂ ਲੋਕ ਸਿਰ ਤੋਂ ਲਾ ਕੇ ਦਸਤਾਰ ਨੂੰ, ਸਿਰ ਤੋਂ ਲਾ ਕੇ ਪੱਗ ਨੂੰ ਆਪਣੇ ਗੋਡਿਆਂ ਦੇ ਉੱਤੇ ਰੱਖ ਲੈਂਦੇ ਆ। ਸੋ ਇੱਥੋਂ ਤੱਕ ਆਪਾਂ ਜਿਹੜੀ ਕੱਲ ਕਥਾ ਸਰਵਣ ਕਰ ਲਈ ਸੀ। ਅੱਗੇ ਜਿਵੇਂ ਕਵੀ ਜੀ ਇਸ ਪ੍ਰਸ਼ਨ ਉੱਤਰ ਕਵੀਆਂ ਦੇ ਨਾਲ ਗੁਰੂ ਸਾਹਿਬ ਦੇ ਹੋ ਰਹੇ ਆ, ਲਿਖਦੇ ਆ, ਸੋ ਆਓ ਬੜੇ ਪਿਆਰ ਦੇ ਨਾਲ ਅੱਗੇ ਲੜੀ ਨੂੰ ਜੋੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੁਖੀਆ ਤੰਤਰ ਮੰਤਰ ਦੇ ਨਾਸ਼ ਕਰਨ ਦੇ ਹੇਤ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅਗਲਾ ਸਵਾਲ ਕੀਤਾ ਸੀ ਕਿ ਲੋਕ ਪਿਸ਼ਾਬ ਕਰਨ ਤੋਂ ਬਾਅਦ ਥੁੱਕਦੇ ਕਿਉਂ ਐ, ਜਾਂ ਨਿਹੰਗ ਸਿੰਘਾਂ ਦੇ ਬੋਲੇ ਦੇ ਵਿੱਚ ਚੀਤਾ ਭਜਾਉਣ ਤੋਂ ਬਾਅਦ ਥੁੱਕਦੇ ਕਿਉਂ ਐ, ਤਾਂ ਉਸ ਦਾ ਜਵਾਬ ਸੁਖੀਆ ਕਵੀ ਦੇ ਰਿਹਾ ਹੈ। ਇੱਥੇ ਥੋੜ੍ਹਾ ਜਿਹਾ ਜਿਹੜਾ ਛਾਪੇ ਦੇ ਵਿੱਚ ਨਾ ਉੱਪਰੋਂ ਕੱਟਿਆ ਗਿਆ ਤਾਂ ਕਰਕੇ ਤੁਹਾਨੂੰ ਮੰਮਾ ਦਿਖ ਰਿਹਾ, ਸੁਖੀਆ ਪਾਠ ਹੈ। ਸੋ ਸੁਖੀਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ। ਕਹਿੰਦੇ ਜਦੋਂ ਕੋਈ ਮਨੁੱਖ ਕਹਿੰਦੇ ਪਿਸ਼ਾਬ ਕਰ ਦਿੰਦਾ ਹੈ ਤਾਂ ਉਸ ਵੇਲੇ ਸਰੀਰ ਜਿਹੜਾ ਮਲੀਨ ਹੋ ਜਾਂਦਾ, ਅਪਵਿੱਤਰ ਮੰਨਿਆ ਜਾਂਦਾ ਕਿ ਮਲੀਨਤਾ ਆ ਗਈ ਸਰੀਰ ਦੇ ਵਿੱਚ। ਕਹਿੰਦੇ ਫਿਰ ਉਹ ਮਲੀਨਤਾ ਦੇ ਦੋਸ਼ ਨੂੰ ਨਾਸ਼ ਕਰਨ ਦੇ ਹਿੱਤ ਕਹਿੰਦੇ ਧਰਤੀ ਦੇ ਉੱਤੇ ਹਿੰਦੂ ਲੋਕ ਇਹ ਥੁੱਕਦੇ ਆ। ਉਹ ਮੰਨਦੇ ਨੇ ਕਿ ਥੁੱਕਣ ਦੇ ਨਾਲ ਜਿਹੜਾ ਮਲੀਨਤਾ ਦਾ ਦੋਸ਼ ਦੂਰ ਹੋ ਜਾਂਦਾ ਹੈ ਤੇ ਜਦੋਂ ਮਲੀਨ ਹੋ ਗਿਆ ਮਨੁੱਖ ਉਸ ਵੇਲੇ ਉਹਦੇ ਉੱਤੇ ਤੰਤਰ ਮੰਤਰ ਜੰਤਰ ਆਦਿਕ ਬਹੁਤ ਜਲਦੀ ਕੰਮ ਕਰ ਦਿੰਦੇ ਆ ਜਦੋਂ ਸਰੀਰਕ ਕਿਰਿਆ ਸ਼ੁੱਧ ਨਾ ਹੋਵੇ। ਇਸ ਕਰਕੇ ਸਰੀਰਕ ਕਿਰਿਆ ਹਮੇਸ਼ਾ ਸ਼ੁੱਧ ਰੱਖਣੀ ਚਾਹੀਦੀ ਹੈ। ਤੇ ਕਹਿੰਦੇ ਕੋਈ ਤੰਤਰ ਮੰਤਰ ਇਤਿਆਦਿਕ ਕਿਸੇ ਦਾ ਕੀਤਾ ਕਰਾਇਆ ਜਿਹੜਾ ਉਹ ਅਸਰਦਾਇਕ ਨਾ ਹੋਵੇ, ਉਸ ਅਸਰ ਨੂੰ ਨਾਸ਼ ਕਰਨ ਦੇ ਵਾਸਤੇ, ਸਰੀਰ ਦੀ ਮਲੀਨਤਾ ਦੇ ਦੋਸ਼ ਨੂੰ ਨਾਸ਼ ਕਰਨ ਦੇ ਵਾਸਤੇ ਕਹਿੰਦੇ ਹਿੰਦੂ ਲੋਕ ਜਿਹੜੇ ਆ ਉਹ ਧਰਤੀ ਦੇ ਉੱਤੇ ਥੁੱਕਦੇ ਹਨ ਪਿਸ਼ਾਬ ਕਰਨ ਤੋਂ ਬਾਅਦ। ਹਾਂ, ਜਿਹੜਾ ਇਹ ਮਲੀਨਤਾ ਦਾ ਦੋਸ਼ ਲੱਗ ਜਾਂਦਾ ਹੈ ਜਾਂ ਤੰਤਰ ਮੰਤਰ ਦਾ ਡਰ ਹੁੰਦਾ ਹੈ ਵੀ ਮਲੀਨਤਾ ਕਾਰਨ ਤੰਤਰ ਮੰਤਰ ਨਾਲ ਕੋਈ ਕੰਮ ਕਰ ਜਾਵੇ, ਤਾਂ ਕਹਿੰਦੇ ਉਸ ਵੇਲੇ ਥੁੱਕਣ ਦੇ ਨਾਲ ਕਹਿੰਦੇ ਹੱਤ ਹੋਤ ਹੈ, ਨਾਸ਼ ਹੋ ਜਾਂਦਾ ਇਹ ਮਲੀਨਤਾ ਦਾ ਦੋਸ਼। ਜਾਂ ਤੇ ਕੀਨਾ ਚੇਤ, ਇਸ ਕਰਕੇ ਲੋਕ ਹਮੇਸ਼ਾ ਚੇਤੇ ਵਿੱਚ ਰੱਖਦੇ ਆ ਇਹ ਹਿੰਦੂ ਲੋਕ ਕਿ ਪਿਸ਼ਾਬ ਕਰਨ ਤੋਂ ਬਾਅਦ ਜ਼ਰੂਰ ਥੁੱਕਣਾ ਹੈ। ਤੇ ਚੇਤਨਾ ਮਚੀਤੇ ਦਾ ਵੀ ਹੈ, ਚੀਤਾ ਭਜਾਉਣ ਤੋਂ ਬਾਅਦ ਭਾਵ ਪਿਸ਼ਾਬ ਕਰਨ ਤੋਂ ਬਾਅਦ ਹਮੇਸ਼ਾ ਇਹ ਚੇਤੇ ਵਿੱਚ, ਜ਼ਿਹਨ ਦੇ ਵਿੱਚ, ਖਿਆਲ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਮਲੀਨਤਾ ਦਾ ਦੋਸ਼ ਨਾਸ਼ ਕਰਨ ਦੇ ਲਈ ਧਰਤੀ ਉੱਤੇ ਥੁੱਕਦੇ ਹਨ। ਉਸ ਤੋਂ ਅਗਲੇ ਸਵਾਲ ਦਾ ਜਵਾਬ ਦੇਣ ਵਾਸਤੇ ਭਾਈ ਗੁਰਦਾਸ ਬਹਿਲੋਕਾ, ਇਹ ਵੀ ਬਹੁਤ ਵਿਦਵਾਨ ਜਨ ਸੀ, ਬਹੁਤ ਵਿਦਵਾਨ ਕਵੀ ਸੀ, ਉਹ ਉੱਤਰ ਦੇਣ ਲੱਗਾ। ਤੇ ਮੈਂ ਨਾਲ ਹੀ ਥੋੜ੍ਹੀ ਜਿਹੀ ਜਾਣਕਾਰੀ ਦੇਵਾਂ ਕਿ ਇਹ ਜਿਹੜਾ ਭਾਈ ਗੁਰਦਾਸ ਭਾਈ ਬਹਿਲੋਕਾ ਹੈ, ਸੋ ਇਹ ਪਹਿਲਾਂ ਰਾਮ ਰਾਏ ਜੀ ਦੇ ਕੋਲ ਰਹਿੰਦਾ ਹੁੰਦਾ ਸੀ, ਉਹਦਾ ਸਾਥੀ ਸੀ ਰਾਮ ਰਾਏ ਦਾ। ਰਾਮ ਰਾਏ ਜਿਹਨੂੰ ਕਰਾਮਾਤਾਂ ਦਿਖਾ ਕੇ ਬਾਦਸ਼ਾਹ ਨੂੰ ਖੁਸ਼ ਕਰਨ ਦੇ ਕਾਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਗ ਦਿੱਤਾ ਸੀ, ਬਚਨ ਕਰ ਦਿੱਤਾ ਸੀ ਕਿ ਰਾਮ ਰਾਏ ਮੇਰੇ ਮੱਥੇ ਨਾ ਲੱਗੇ। ਹਾਲਾਂਕਿ ਗੁਰੂ ਪੁੱਤਰ ਸੀ, ਉਹਦਾ ਜਿੱਧਰ ਨੂੰ ਮੂੰਹ ਹੈ ਉੱਧਰ ਚਲਿਆ ਜਾਵੇ। ਤਾਂ ਫਿਰ ਉਸ ਤੋਂ ਬਾਅਦ ਇਹ ਪਾਉਂਟਾ ਸਾਹਿਬ ਦੇ ਕੋਲ ਦੇਹਰਾਦੂਨ ਰਹਿਣ ਲੱਗ ਪਿਆ ਸੀ, ਉੱਥੇ ਇਹਨੇ ਆਪਣਾ ਡੇਰਾ ਬਣਾ ਲਿਆ ਸੀ। ਬਹੁਤ ਸਾਰੇ ਮਸੰਦ ਇਹਨੇ ਆਪਣੇ ਪੱਖ ਦੇ ਵਿੱਚ ਕਰ ਲਏ ਸਨ, ਗੁਰੂ ਘਰ ਦਾ ਵਿਰੋਧ ਕਰਨ ਲੱਗ ਪਿਆ ਸੀ। ਤੇ ਬਾਅਦ ਵਿੱਚ ਇਹਦੇ ਨਾਲ ਦੇ ਜਿਹੜੇ ਮਸੰਦ ਸਨ ਨਾ, ਉਹਨਾਂ ਨੇ ਬੇਈਮਾਨ ਹੋ ਕੇ
ਇਹਨੂੰ ਰਾਮ ਰਾਏ ਨੂੰ ਇਹ ਸਮਾਧੀ ਵਿੱਚ ਬੈਠਾ ਸੀ ਤੇ ਜਿਉਂਦੇ ਨੂੰ ਲੱਕੜਾਂ ਦੀ ਚਿਖਾ ਦੇ ਵਿੱਚ ਜਿਉਂਦੇ ਨੂੰ ਸਾੜ ਦਿੱਤਾ ਸੀ। ਤੇ ਫਿਰ ਪੰਜਾਬ ਕੌਰ ਨੇ ਤੇ ਇਸ ਭਾਈ ਗੁਰਦਾਸ ਨੇ, ਜਿਹੜਾ ਭਾਈ ਬਹਿਲੋ ਕਾ ਗੁਰਦਾਸ ਸੀ ਕਵੀ, ਇਹਨਾਂ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਪਹੁੰਚ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਆਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਮਸੰਦਾਂ ਨੇ ਜਿਨ੍ਹਾਂ ਨੇ ਇਹ ਕੁਕਰਮ ਕੀਤਾ ਸੀ, ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ, ਸੋ ਉਹਨਾਂ ਨੂੰ ਫਿਰ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ ਸਨ ਇਸੇ ਤਰ੍ਹਾਂ ਹੀ। ਤੇ ਇਸ ਤੋਂ ਪਹਿਲਾਂ ਕੀ ਹੋਇਆ ਸੀ ਕਿ ਜਦੋਂ ਗੁਰੂ ਘਰ ਦੇ ਵਿਰੋਧ ਵਿੱਚ ਸੀ ਰਾਮ ਰਾਏ, ਤਾਂ ਇਹ ਜਿਹੜਾ ਭਾਈ ਬਹਿਲੋ ਕਾ ਗੁਰਦਾਸ ਸੀ ਨਾ, ਜਿਸ ਵੇਲੇ ਸੋਚਿਆ ਸੀ ਕਿ ਇਹ ਡਰ ਸੀ ਇਹਨਾਂ ਦੇ ਮਨ ਵਿੱਚ ਕਿ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਧਰ ਸਾਡੇ 'ਤੇ ਹਮਲਾ ਨਾ ਕਰ ਦੇਣ, ਤਾਂ ਇਹਨੇ ਆਖਿਆ ਸੀ ਕਿ ਮੇਰਾ ਭਰਾ ਜਿਹੜਾ ਤਾਰਾ ਹੈ ਸੋ ਉਹ ਬੜਾ ਸੂਰਬੀਰ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਟੱਕਰ ਸਕਦਾ ਬਰਾਬਰ ਦਾ ਹੋ ਕੇ, ਉਹ ਉਹਨਾਂ ਨੂੰ ਟੱਕਰ ਦੇ ਸਕਦਾ। ਹੰਕਾਰ ਦੇ ਵਿੱਚ ਇਹਨੇ ਬਚਨ ਕੀਤੇ ਸਨ। ਤੇ ਫਿਰ ਜਦੋਂ ਇਹਨਾਂ ਨਾਲ ਥੋੜ੍ਹੀ ਜਿਹੀ ਸੁਲ੍ਹਾ ਸਫਾਈ ਹੋ ਗਈ ਸੀ, ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਸਨ। ਰਾਮ ਰਾਏ ਦੀ ਮੌਤ ਤੋਂ ਬਾਅਦ ਬੀਬੀ ਪੰਜਾਬ ਕੌਰ ਔਰ ਇਹ ਭਾਈ ਬਹਿਲੋ ਕੇ ਗੁਰਦਾਸ ਦੇ ਬੇਨਤੀਆਂ ਕਰਨ ਦੇ ਉੱਤੇ ਸਤਿਗੁਰੂ ਜੀ ਉੱਥੇ ਗਏ ਦੇਹਰਾਦੂਨ, ਤੇ ਫਿਰ ਇਹਨੇ ਦੇਖ ਕੇ ਸਤਿਗੁਰੂ ਜੀ ਨੂੰ ਨੀਵੀਂ ਜੀ ਪਾ ਲਈ ਸੀ ਸ਼ਰਮਿੰਦਾ ਹੋ ਕੇ। ਤੇ ਸਤਿਗੁਰਾਂ ਨੇ ਉਸ ਵੇਲੇ ਹਾਸ ਵਿਅੰਗ ਕਰਦਿਆਂ ਥੋੜ੍ਹਾ ਜਿਹਾ ਹਾਸ ਰਸ ਦੇ ਵਿੱਚ ਬਚਨ ਵੀ ਕੀਤਾ ਸੀ ਐਵੇਂ ਇਹਨੂੰ ਛੇੜਨ ਵਾਸਤੇ। ਕਹਿੰਦੇ ਕਿਉਂ ਵੀ ਕਵੀ ਗੁਰਦਾਸ, ਕਹਿੰਦੇ ਤੂੰ ਤਾਂ ਕਹਿੰਦਾ ਸੀ ਵੀ ਤਾਰਾ ਬੜਾ ਤਾਕਤਵਰ ਹੈ, ਬੜਾ ਤਾਰਾ ਲੰਮਾ ਚੜ੍ਹਿਆ ਹੋਇਆ ਹੈ ਤੇ ਮੇਰੇ ਤੇ ਚੜ੍ਹਾਈ ਕਰਕੇ ਆ ਜਾਵੇਗਾ। ਕਹਿੰਦੇ ਉਹ ਤਾਰਾ ਹੁਣ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਛਿਪ ਜੇ ਗਿਆ, ਮਹਾਰਾਜ ਨੇ ਐਵੇਂ ਮਖੌਲ ਜਿਹਾ ਕੀਤਾ ਸੀ। ਕਹਿੰਦੇ ਹੁਣ ਨਹੀਂ ਤੇਰਾ ਉਹ ਤਾਰਾ ਦਿੰਦਾ। ਤਾਂ ਫਿਰ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਕਹਿੰਦਾ ਮਹਾਰਾਜ ਗਲਤੀ ਹੋ ਗਈ ਸੀ ਬਹੁਤ ਵੱਡੀ, ਐਵੇਂ ਹਉਮੈ ਹੰਕਾਰ ਜੀ ਦੇ ਵਿੱਚ ਆ ਕੇ, ਗੁਮਾਨ ਜੇ ਦੇ ਵਿੱਚ ਆ ਕੇ ਮੈਥੋਂ ਇਹ ਕਹਿ ਹੋ ਗਿਆ ਸੀ, ਇਸ ਕਰਕੇ ਆਪ ਜੀ ਖਿਮਾ ਕਰੋ, ਮੈਨੂੰ ਬਖਸ਼ ਲਓ, ਮੈਨੂੰ ਬਖਸ਼ ਲਓ। ਸਤਿਗੁਰੂ ਜੀ ਦੇ ਪੈਰੀਂ ਪੈ ਗਿਆ ਸੀ। ਉਸ ਤੋਂ ਬਾਅਦ ਜਦੋਂ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਨਾ, ਤਾਂ ਜਿਹੜੇ ਇਹਨਾਂ ਦੇ ਬਾਕੀ ਸਾਥੀ ਬਚੇ ਖੁਚੇ ਸਨ ਉਹ ਈਰਖਾ ਕਰਨ ਲੱਗ ਪਏ ਸਨ ਇਹ ਭਾਈ ਗੁਰਦਾਸ ਦੇ ਨਾਲ। ਭਾਈ ਬਹਿਲੋ ਕਾ ਜਿਹੜਾ ਗੁਰਦਾਸ ਕਵੀ ਸੀ ਨਾ, ਸੋ ਇਹਦੇ ਨਾਲ ਈਰਖਾ ਕਰਦੇ ਔਰ ਮੌਕੇ ਦੀ ਤਾੜ ਵਿੱਚ ਸਨ ਵੀ ਕਦੇ ਸਾਡਾ ਮੌਕਾ ਬਣੇ ਕੋਈ ਇਸ ਤਰ੍ਹਾਂ ਦਾ ਤੇ ਇਹਨੂੰ ਅਸੀਂ ਮਾਰੀਏ, ਕੁੱਟੀਏ, ਭਜਾਈਏ ਇੱਥੋਂ, ਤੇ ਜਾਂ ਫਿਰ ਇਹਨੂੰ ਕੋਈ ਭਾਰੀ ਸਜ਼ਾ ਦੇਈਏ, ਮਾਰ ਹੀ ਦੇਈਏ। ਤਾਂ ਫਿਰ ਇਹ ਡਰਦਾ ਮਾਰਿਆ ਨਾ ਉਹਨਾਂ ਤੋਂ। ਇਹਨੂੰ ਜਦੋਂ ਪਤਾ ਲੱਗ ਗਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਹੀ ਆ ਗਿਆ ਸੀ। ਵਿਦਵਾਨ ਬੜਾ ਸੀ ਇਹ ਵੀ। ਸੋ ਇਹ ਵਿਦਵਾਨ ਜਿਹੜਾ ਭਾਈ ਬਹਿਲੋ ਕਾ ਗੁਰਦਾਸ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਣ ਸਵਾਲ ਦਾ ਅਗਲੇ ਦਾ ਉੱਤਰ ਦੇਣ ਲੱਗਿਆ। ਤੇ ਸਭ ਤੋਂ ਪਹਿਲਾਂ ਇਹਨੇ ਨਿਮਰਤਾ ਦੇ ਵਿੱਚ ਆਖਿਆ, ਗੁਰਦਾਸ ਦਾਸ ਪਗ ਸਤਿਗੁਰੂ ਅਹੰ ਮਿਟੈ ਤੁਮ ਸਰਨ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਗੁਰਦਾਸ, ਗੁਰਾਂ ਦਾ ਦਾਸ ਸੱਚਮੁੱਚ ਬਣ ਗਿਆ, ਸਤਿਗੁਰੂ ਦਾ ਦਾਸ ਬਣ ਗਿਆ, ਤੁਹਾਡੀ ਚਰਨ ਸ਼ਰਨ ਦੇ ਵਿੱਚ ਆ ਗਿਆ ਹਾਂ, ਕਿਉਂਕਿ ਤੁਹਾਡੀ ਸ਼ਰਨ ਵਿੱਚ ਆਉਣ ਦੇ ਨਾਲ, ਤੁਹਾਡੇ ਚਰਨਾਂ ਨੂੰ ਪਕੜਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਅਹੰ ਮਿਟੈ, ਹਉਮੈ ਹੰਕਾਰ ਮਿਟ ਜਾਂਦਾ ਹੈ। ਹਾਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਹਾਡੀ ਕਿਰਪਾ ਨੂੰ ਨਹੀਂ ਪ੍ਰਾਪਤ ਕੀਤਾ, ਤੁਹਾਡੀ ਚਰਨ ਸ਼ਰਨ ਨਹੀਂ ਕੋਈ ਪਿਆ, ਤੇ ਕਹਿੰਦੇ ਤੁਮਰੀ ਤਵਨ ਕਿਰਪਾ ਬਿਨ ਅਹੰਮਤੀ, ਤੁਹਾਡੀ ਕਿਰਪਾ ਤੋਂ ਬਿਨਾਂ ਤਾਂ ਮਨੁੱਖ ਜਿਹੜਾ ਅਹੰਮਤੀ ਵਿੱਚ ਹਉਮੈ ਹੰਕਾਰ ਵਾਲੀ ਬੁੱਧੀ ਲੈ ਕੇ ਤੁਰਿਆ ਫਿਰਦਾ ਹੈ, ਹਉਮੈ ਹੰਕਾਰ ਵਾਲੀ ਮੱਤ ਲੈ ਕੇ ਤੁਰਿਆ ਫਿਰਦਾ ਹੈ। ਔਰ ਬੋਲਤ ਪ੍ਰੀਤੀ ਹਰਨ, ਆਪ ਜੀ ਨੇ ਕਿਹਾ ਨਾ ਵੀ ਮਨੁੱਖ ਬੋਲਦਾ ਕਿਉਂ ਰਹਿੰਦਾ, ਕੋਈ ਉਹਦੀ ਗੱਲ ਨਹੀਂ ਸੁਣਦਾ। ਤੇ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲਦਾ ਇਹ ਤਾਂ ਕਰਕੇ ਹੈ ਵੀ ਪ੍ਰੀਤੀ ਦਾ ਹਰਨ ਹੋ ਜੇ, ਪ੍ਰੇਮ ਨਾ ਰਹੇ, ਵੈਰ ਪੈ ਜਾਵੇ, ਐਵੇਂ ਬਸ ਬਕਵਾਦ ਕਰਦਾ ਰਹਿੰਦਾ ਮਨੁੱਖ। ਸੋ ਕਿਉਂਕਿ ਉਹਦੇ ਮਨ ਦੇ ਵਿੱਚ ਹਉਮੈ ਹੰਕਾਰ ਹੁੰਦੀ ਆ, ਹਉਮੈ ਹੰਕਾਰ ਕਰਕੇ ਹੀ ਬੋਲਦਾ ਰਹਿੰਦਾ। ਪਰ ਜਦੋਂ ਤੁਹਾਡੀ ਕਿਰਪਾ ਹੋ ਜਾਂਦੀ ਹੈ ਫਿਰ ਉਹ ਬੋਲਣੋਂ ਹਟ ਜਾਂਦਾ, ਫਿਰ ਤਾਂ ਬਹੁਤਾ ਨਹੀਂ ਬੋਲਦਾ, ਬਸ ਜਦੋਂ ਕੰਮ ਹੋਵੇ ਉਦੋਂ ਥੋੜ੍ਹਾ ਬਹੁਤਾ ਬੋਲਦਾ ਹੈ। ਪਰ ਜਦੋਂ ਤੁਹਾਡੀ ਕਿਰਪਾ ਨਹੀਂ ਹੁੰਦੀ, ਹਉਮੈ ਹੰਕਾਰ ਵਾਲੀ ਮੱਤ ਹੁੰਦੀ ਹੈ, ਤੇ ਉਦੋਂ ਮਨੁੱਖ ਇਸ ਤਰ੍ਹਾਂ ਐਵੇਂ ਵਾਧੂ ਬੋਲਦਾ ਰਹਿੰਦਾ, ਜਿਹਦੇ ਬੋਲਣ ਕਰਕੇ ਪ੍ਰੀਤੀ ਹਰਨ ਹੁੰਦੀ ਹੈ, ਪ੍ਰੇਮ ਘਟਦਾ ਹੈ, ਪ੍ਰੇਮ ਖਤਮ ਹੋ ਜਾਂਦਾ ਹੈ। ਹੁਣ ਕਵੀ ਸੈਨਾਪਤੀ ਜਿਹੜਾ ਉਹ ਵੀ ਬਹੁਤ ਵਿਦਵਾਨ ਸੀ। ਸੈਨਾਪਤੀ ਕਵੀ ਦਾ ਤੁਸੀਂ ਬਹੁਤ ਸਾਰਿਆਂ ਨੇ ਨਾਂ ਸੁਣਿਆ ਹੀ ਹੋਵੇਗਾ।
ਸੈਨਾਪਤੀ ਕਵੀ ਅਗਲੇ ਸਵਾਲ ਦਾ ਜਵਾਬ ਦਿੰਦਾ, ਜਿਹੜਾ ਗੁਰੂ ਮਹਾਰਾਜ ਨੇ ਪੁੱਛਿਆ ਸੀ ਕਿ ਬੀਬੀਆਂ ਭੋਜਨ ਪ੍ਰਸ਼ਾਦਾ ਤਿਆਰ ਕਰਨ ਵੇਲੇ ਜਦੋਂ ਆਟਾ ਗੁੰਨਦੀਆਂ ਤੌਣ ਦੇ ਨਾਲੋਂ ਪਹਿਲਾਂ ਛੋਟਾ ਜਿਹਾ ਪੇੜਾ ਤੋੜ ਕੇ ਤੌਣ ਦੇ ਪਿਛਲੇ ਪਾਸੇ ਕਿਉਂ ਲਾ ਦਿੰਦੀਆਂ, ਉਹਨੂੰ ਬਾਅਦ ਵਿੱਚ ਸਭ ਤੋਂ ਕਿਉਂ ਪਕਾਇਆ ਜਾਂਦਾ ਉਸ ਪ੍ਰਸ਼ਾਦੇ ਨੂੰ, ਉਹ ਜਿਹੜਾ ਤੋੜ ਕੇ ਲਾਇਆ ਹੋਇਆ ਆਟਾ ਹੈ ਗੁੰਨੇ ਹੋਏ ਆਟੇ ਦੇ ਨਾਲ। ਤੇ ਉਸ ਵੇਲੇ ਸੈਨਾਪਤੀ ਕਹਿਣ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਪ੍ਰਥਮ ਬਰਕਤੀ ਜਾਨ, ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਜਿਹੜਾ ਉਹ ਆਟਾ ਤੋੜ ਕੇ ਪਹਿਲਾ ਪੇੜਾ ਤੋੜ ਕੇ ਲਾਇਆ ਜਾਂਦਾ ਨਾ, ਉਹ ਇਸ ਕਰਕੇ ਲਾਇਆ ਜਾਂਦਾ ਹੈ ਕਿ ਜਿਹੜਾ ਅਸੀਂ ਅੰਨ ਪਕਾਉਣ ਲੱਗੇ ਹਾਂ ਇਹਦੇ ਵਿੱਚ ਬਰਕਤ ਪਵੇ ਭੋਜਨ ਪ੍ਰਸ਼ਾਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਬਰਕਤੀ ਆਟਾ ਜਾਣ ਕਰਕੇ ਨਾ, ਪੇੜਾ ਜਾਣ ਕਰਕੇ ਉਹਨੂੰ ਤੋੜ ਕੇ ਬੀਬੀਆਂ ਤੌਣ ਦੇ ਪਿਛਲੇ ਪਾਸੇ ਲਾ ਦਿੰਦੀਆਂ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਵਿੱਚ ਗਣਪਤੀ, ਜਿਹੜਾ ਗਣਾਂ ਦਾ ਪਤੀ ਗਣੇਸ਼ ਹੈ, ਸੋ ਉਹਦੀ ਬਹੁਤ ਪੂਜਾ ਕੀਤੀ ਜਾਂਦੀ ਹੈ। ਕੋਈ ਵੀ ਸ਼ੁਭ ਕਾਰਜ ਆਰੰਭ ਕਰਨਾ ਹੋਵੇ ਹਿੰਦੂ ਵੀਰ ਗਣੇਸ਼ ਜੀ ਦੀ ਪੂਜਾ ਕਰਦੇ ਆ, ਜਿਹਨੂੰ ਸ਼੍ਰੀ ਗਣੇਸ਼ ਕਰਨਾ ਕਹਿੰਦੇ ਆ, ਸ਼੍ਰੀ ਗਣੇਸ਼। ਤੇ ਉਹ ਕੋਈ ਵੀ ਕੰਮ ਕਰਨਾ ਹੋਵੇ ਗਣੇਸ਼ ਜੀ ਦਾ ਛੰਦਾ ਉਹਦੇ ਵਿੱਚ ਜ਼ਰੂਰ ਕੱਢਦੇ ਆ ਗਣੇਸ਼ ਦੀ ਪੂਜਾ ਕਰਕੇ। ਪਹਿਲੀ ਜਿਹੜੀ ਪੂਜਾ ਗਣੇਸ਼ ਜੀ ਨੂੰ ਦਿੱਤੀ ਜਾਂਦੀ ਹੈ। ਕੁਝ ਵੀ ਬਣਾਉਣਾ ਹੈ ਗਣੇਸ਼ ਜੀ ਦਾ ਛੰਦਾ ਕੱਢਿਆ ਜਾਂਦਾ। ਜਿਵੇਂ ਸਾਡੇ ਗੁਰਸਿੱਖੀ ਦੇ ਵਿੱਚ ਇਹ ਸੰਸਕਾਰ ਹੈ ਕਿ ਜਦੋਂ ਭੋਜਨ ਪ੍ਰਸ਼ਾਦਾ ਜਾਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ, ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਿਰਪਾਨ ਭੇਟ ਕਰਕੇ ਭੋਗ ਲਵਾਇਆ ਜਾਂਦਾ ਹੈ। ਸਤਿਗੁਰੂ ਜੀ ਦਾ ਛੰਦਾ ਕੱਢਿਆ ਜਾਂਦਾ, ਕਿਰਪਾਨ ਭੇਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪੰਜ ਪਿਆਰਿਆਂ ਦਾ ਛੰਦਾ ਕੱਢਿਆ ਜਾਂਦਾ। ਪੰਜ ਪਿਆਰੇ ਤਿਆਰ ਬੈਠੇ ਹੋਣ ਸੰਗਤ ਵਿੱਚ ਤਾਂ ਉਹਨਾਂ ਨੂੰ ਵਰਤਾਇਆ ਜਾਂਦਾ ਹੈ। ਜੇ ਪੰਜ ਪਿਆਰੇ ਅੰਮ੍ਰਿਤਧਾਰੀ ਸਿੰਘ ਤਿਆਰ ਨਾ ਹੋਣ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਦੇ ਵਿੱਚੇ ਮਿਲਾ ਲਿਆ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਸੰਗਤ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਇਸੇ ਪ੍ਰਕਾਰ ਹਿੰਦੂ ਵੀਰ ਜਿਹੜੇ ਆ ਉਹ ਗੁਰੂ ਕੇ ਪਿਆਰੇ ਖਾਲਸਾ ਜੀ ਉਹ ਕੀ ਕਰਦੇ ਆ, ਹਰ ਕਾਰਜ ਦੀ ਆਰੰਭਤਾ ਦੇ ਉੱਤੇ ਸ੍ਰੀ ਗਣੇਸ਼ ਕਰਦੇ ਆ। ਕਹਿੰਦੇ ਹਿੰਦੂ ਬੀਬੀਆਂ ਜਿਹੜੀਆਂ ਉਹ ਆਟਾ ਤੋੜ ਕੇ ਤੌਣ ਦੇ ਨਾਲੋਂ ਇਸ ਕਰਕੇ ਪਿਛਲੇ ਪਾਸੇ ਉਹਦੇ ਲਾ ਦਿੰਦੀਆਂ ਤਾਂ ਕਿ ਅੰਨ ਧਨ ਦੇ ਵਿੱਚ ਬਰਕਤ ਪਵੇ ਤੇ ਗਣਪਤ ਆਦਿ ਮਨਾਈਏ। ਆਦਿ ਵਿੱਚ ਆਰੰਭ ਵਿੱਚ ਸਭ ਤੋਂ ਪਹਿਲਾਂ ਗਣਪਤੀ ਨੂੰ ਮਨਾਉਣ ਵਾਸਤੇ, ਸ੍ਰੀ ਗਣੇਸ਼ ਕਰਨ ਵਾਸਤੇ, ਗਣੇਸ਼ ਜੀ ਦੀ ਪੂਜਾ ਕਰਨ ਵਾਸਤੇ। ਤੇ ਉਹ ਬੀਬੀਆਂ ਇਸ ਪ੍ਰਕਾਰ ਇਹ ਆਟਾ ਤੋੜ ਕੇ ਉਹਦੇ ਆਟੇ ਦੇ ਗੁੰਨੇ ਹੋਏ ਦੇ ਪਿਛਲੇ ਪਾਸੇ ਲਾ ਦਿੰਦੀਆਂ। ਤਵਨ ਕੀ ਕਾਨ, ਸੋ ਉਸ ਗਣੇਸ਼ ਦੀ ਜਿਹੜੀ ਇਹ ਭੇਟਾ ਕੱਢਣ ਦੇ ਵਾਸਤੇ ਕਹਿੰਦੇ ਇਹ ਰੀਤੀ ਮਿਤ ਮਰਿਆਦਾ ਉਹ ਵਰਤਦੇ ਆ। ਆਦ ਤਵਨ ਕੀ ਕਾਨ। ਤੇ ਇਸੇ ਪ੍ਰਕਾਰ ਆਦ ਸਮੇਂ ਤੋਂ, ਪੁਰਾਣੇ ਸਮੇਂ ਤੋਂ, ਸਨਾਤਨ ਸਮੇਂ ਤੋਂ, ਪੁਰਾਤਨ ਸਮੇਂ ਤੋਂ ਹੀ ਗਣੇਸ਼ ਦੀ, ਸ਼੍ਰੀ ਗਣੇਸ਼ ਦੀ ਬਾਬਤ ਜਾਂ ਆਨੰਦ ਦੇ ਵਿੱਚ ਬਰਕਤ ਪਵੇ, ਇਹਨਾਂ ਦੋ ਕਾਰਨਾਂ ਕਰਕੇ ਇਹ ਆਟਾ ਜਿਹੜਾ ਹੈ ਤੋੜ ਕੇ ਬੀਬੀਆਂ ਗੁੰਨੇ ਹੋਏ ਆਟੇ ਦੇ ਪਿਛਲੇ ਪਾਸੇ ਲਾਉਂਦੀਆਂ ਹਨ। ਹਾਂ, ਫਿਰ ਭਾਈ ਸੁੱਖਾ ਸਿੰਘ ਜਿਹੜਾ ਵਿਦਵਾਨ ਕਵੀ ਹੈ ਉਹ ਸਤਿਗੁਰਾਂ ਦੇ ਅਗਲੇ ਸਵਾਲ ਦਾ ਉੱਤਰ ਦੇ ਰਿਹਾ ਹੈ ਕਿ ਜਿਹੜਾ ਧਨੁਸ਼ ਹੈ ਉਹਦਾ ਚਿੱਲਾ ਖਿੱਚ ਕੇ, ਉਹਦੀ ਤੰਦੀ ਖਿੱਚ ਕੇ, ਧਨੁੱਖ ਦੀ ਤੰਦੀ ਖਿੱਚ ਕੇ ਉਹਦੀ ਚਿਰੜ ਕਿਉਂ ਕਰਾਉਂਦੇ ਆ ਯੋਧੇ ਮੈਦਾਨੇ ਜੰਗ ਵਿੱਚ ਜਾਣ ਵੇਲੇ? ਉਹਦੀ ਟਣਕਾਰ ਕਿਉਂ ਕੀਤੀ ਜਾਂਦੀ ਹੈ, ਕਿਉਂ ਟਣਕਾਇਆ ਜਾਂਦਾ ਤੰਦੀ ਨੂੰ ਖਿੱਚ ਕੇ? ਕਹਿੰਦੇ ਉਹਦਾ ਕਾਰਨ ਇਹ ਹੈ ਕਿ ਸ਼ਤਰਨ ਦਇਓ ਵੰਗਾਰ, ਜਿਹੜਾ ਸੂਰਮਾ ਨਾ ਮੈਦਾਨੇ ਜੰਗ ਵਿੱਚ ਜਾਣ ਵਾਲਾ, ਉਹ ਹਮਲਾਵਰ ਹੋਣ ਤੋਂ ਪਹਿਲਾਂ, ਤੀਰ ਚਲਾਉਣ ਤੋਂ ਪਹਿਲਾਂ ਜਿਹੜਾ ਸਾਹਮਣੇ ਸ਼ਤਰੂ ਦੁਸ਼ਮਣ ਹੈ ਉਹਨੂੰ ਵੰਗਾਰ ਪਾਉਂਦਾ, ਉਹਨੂੰ ਵੰਗਾਰਦਾ, ਸੁਚੇਤ ਕਰਦਾ ਵੀ ਮੈਂ ਐਵੇਂ ਤੇਰੇ ਤੇ ਜਿਹੜਾ ਵਾਰ ਕਰਨ ਲੱਗਿਆ ਨਾ, ਐਵੇਂ ਤੀਰ ਨਹੀਂ ਚਲਾਉਣ ਲੱਗਿਆ ਵੀ ਤੇਰਾ ਧਿਆਨ ਇੱਧਰ ਨਹੀਂ ਹੈ। ਉਹਨੂੰ ਵੰਗਾਰ ਕੇ ਉਹਦੇ ਉੱਤੇ ਵਾਰ ਕਰਨ ਦੇ ਵਾਸਤੇ, ਕਿਉਂਕਿ ਸੂਰਮਿਆਂ ਦਾ ਇਹ ਕਰਤੱਵ ਹੁੰਦਾ ਹੈ ਕਿ ਉਹ ਪਿੱਠ ਪਿੱਛੇ ਕਦੇ ਵਾਰ ਨਹੀਂ ਕਰਦੇ, ਬੇਧਿਆਨਾਂ ਦੇ ਉੱਤੇ ਕਦੇ ਕਿਸੇ ਦੇ ਉੱਤੇ ਵਾਰ ਨਹੀਂ ਕਰਦੇ, ਪਹਿਲਾਂ ਵੈਰੀ ਨੂੰ ਲਲਕਾਰਦੇ ਹੈ। ਸੋ ਕਹਿੰਦੇ ਉਹਨੂੰ ਲਲਕਾਰਨ ਵਾਸਤੇ, ਉਹਨੂੰ ਵੰਗਾਰਨ ਵਾਸਤੇ ਸੂਰਮੇ ਤੀਰ ਚਲਾਉਣ ਤੋਂ ਪਹਿਲਾਂ ਮੈਦਾਨੇ ਜੰਗ ਵਿੱਚ ਵੜਦੇ ਹੀ ਉਹ ਜਿਹੜੇ ਧਨੁੱਖ ਹੈ ਉਹਨਾਂ ਦੀਆਂ ਤੰਦੀਆਂ ਨੂੰ ਖਿੱਚ ਕੇ ਚਿਰੜ ਕਰਾਉਂਦੇ ਆ, ਤੰਦੀਆਂ ਨੂੰ ਖਿੱਚ ਕੇ ਉਹਨਾਂ ਨੂੰ ਟਣਕਾਉਂਦੇ ਹਨ। ਉਹ ਇਸ਼ਾਰਾ ਹੁੰਦਾ ਹੈ ਵੀ ਜੇਕਰ ਸਾਹਮਣੇ ਵਾਲੇ ਵੈਰੀ ਦੇ ਵਿੱਚ ਬਲ ਹੈ, ਜ਼ੋਰ ਹੈ, ਸ਼ਕਤੀ ਹੈ ਤੇ ਆ ਕੇ ਮੈਨੂੰ ਟੱਕਰੇ, ਉਹਨੂੰ ਸੁਚੇਤ ਕੀਤਾ ਜਾਂਦਾ ਹੈ।
ਹੈ ਬਲ ਵਿਦਿਆ ਜਾਸ ਕੋ ਆਵੈ ਮਮ ਢਿੱਗ ਸਾਰ। ਕਹਿੰਦੇ ਜੇ ਕਿਸੇ ਕੋਲੇ ਵਿਦਿਆ, ਯੁੱਧ ਵਿਦਿਆ, ਸ਼ਸਤਰ ਵਿਦਿਆ, ਆਪਣੇ ਆਪ ਨੂੰ ਕੋਈ ਵੱਡਾ ਸੂਰਮਾ ਕਹਾਉਂਦਾ ਹੈ, ਤਾਂ ਉਹ ਆ ਕੇ ਮੇਰੇ ਨਾਲ ਟੱਕਰੇ। ਸਾਰ, ਸਾਰ ਨਾਮ ਹੈ ਲੋਹੇ ਦਾ, ਭਾਵ ਲੋਹਾ ਹੱਥ ਵਿੱਚ ਫੜ ਕੇ, ਸ਼ਸਤਰ ਹੱਥ ਵਿੱਚ ਫੜ ਕੇ ਆ ਕੇ ਮੇਰੇ ਨਾਲ ਟੱਕਰੇ, ਵੀ ਜਾਂ ਮੈਂ ਮਰ ਜਾਵਾਂਗਾ ਜਾਂ ਸਾਹਮਣੇ ਵਾਲੇ ਨੂੰ ਮਾਰ ਦੇਵਾਂਗਾ। ਇਉਂ ਸੂਰਮੇ ਵੰਗਾਰ ਕੇ ਇਸ ਕਰਕੇ ਉਸ ਆਪਣੇ ਧਨੁਸ਼ ਨੂੰ ਟਣਕਾਰ ਉਹਦੀ ਪਵਾਉਂਦੇ ਆ, ਉਹਦੀ ਤੰਦੀ ਖਿੱਚਦੇ ਆ, ਤਾਂ ਕਿ ਸਾਹਮਣੇ ਵਾਲੇ ਦੁਸ਼ਮਣ ਨੂੰ ਸੁਚੇਤ ਕੀਤਾ ਜਾ ਸਕੇ ਵੀ ਜੇ ਤੇਰੇ ਵਿੱਚ ਬਲ ਹੈ, ਤੇਰੇ ਵਿੱਚ ਸ਼ਕਤੀ ਹੈ, ਤੂੰ ਆਪਣੇ ਆਪ ਨੂੰ ਯੁੱਧ ਨੀਤੀ ਦਾ ਗਿਆਤਾ ਸਮਝਦਾ ਹੈ, ਸ਼ਸਤਰ ਵਿਦਿਆ ਦਾ ਧਨੀ ਸਮਝਦਾ ਹੈ, ਤਾਂ ਆ ਕੇ ਮੇਰੇ ਨਾਲ ਟੱਕਰ। ਹੱਥ ਵਿੱਚ ਸਾਰ ਹਥਿਆਰ ਫੜ ਕੇ ਸੋ ਅਗਲੇ ਸਵਾਲ ਦਾ ਜਵਾਬ ਦਿੰਦੇ ਹੋਏ ਕਲੂਆ ਕਵੀ ਜੀ ਜਵਾਬ ਦਿੰਦੇ ਆ, ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਰਕਨ ਰਾਜ ਜਬ ਰਹਿਓ ਭੂਮ ਪਰ ਛਾਏ। ਮਹਾਰਾਜ ਸੱਚੇ ਪਾਤਸ਼ਾਹ ਬਾਬਰ ਤੋਂ ਲੈ ਕੇ ਜਦੋਂ ਦਾ ਤੁਰਕੜਿਆਂ ਦਾ, ਤੁਰਕਾਂ ਦਾ ਰਾਜ ਇਸ ਭੂਮੀ ਦੇ ਉੱਤੇ ਛਾਇਆ ਹੋਇਆ ਹੈ, ਚੰਗੀ ਤਰ੍ਹਾਂ ਉਹਨਾਂ ਨੇ ਰਾਜ ਕੀਤਾ ਹੋਇਆ, ਹਰ ਪਾਸੇ ਉਹਨਾਂ ਦਾ ਸਿੱਕਾ ਚੱਲਦਾ ਹੈ, ਔਰ ਇਸ ਭੂਮੀ ਦੇ ਉੱਤੇ ਉਹਨਾਂ ਦੀ ਹੀ ਛਾਇਆ ਹੈ, ਭਾਵ ਹਰ ਪਾਸੇ ਤੁਰਕਾਂ ਦਾ ਰਾਜ ਹੈ। ਜਦੋਂ ਦਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੇ ਇਹ ਤੁਰਕ ਆਏ ਆ ਨਾ ਸਾਡੇ ਦੇਸ਼ ਦੇ ਵਿੱਚ, ਉਦੋਂ ਦੀ ਇਹ ਤੰਬਾਕੂ ਵਾਲੀ ਬੂਟੀ ਇਹ ਲੈ ਕੇ ਆਏ ਆ, ਤੰਬਾਕੂ ਇਹ ਲੈ ਕੇ ਆਏ ਆ ਸਾਡੇ ਦੇਸ਼ ਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਦਾ ਹੀ ਇਹ ਜਿਹੜੇ ਜੂਠ ਪਾਨ ਹੈ, ਜਗਤ ਦੀ ਜੂਠ ਹੈ, ਜੂਠ ਖਾਣਾ ਹੈ, ਕਿਉਂਕਿ ਜੂਠ ਪਾਨ ਹੀ ਹੁੰਦੀ ਆ ਨਾ, ਉਹ ਜਿਹੜਾ ਹੁੱਕੇ ਜਿਹਦੇ ਵਿੱਚ ਪਾ ਕੇ ਜਾਂ ਚਿਲਮਾਂ ਜਾਂ ਦੇ ਵਿੱਚ ਭਰ ਕੇ ਜਾਂ ਜਿਸ ਤਰੀਕੇ ਨਾਲ ਵੀ ਇਹ ਤੰਬਾਕੂ ਵਰਤਣ ਵਾਲੇ ਵਰਤਦੇ ਹੈ, ਸੋ ਉਹ ਕਿਹੜਾ ਉਹਨੂੰ ਧੋ ਕੇ ਵਰਤਦੇ ਆ। ਇੱਕ ਨੇ ਹੁੱਕਾ ਜਾਂ ਮੂੰਹ ਨੂੰ ਲਾਇਆ, ਉਹ ਗਰੜ ਗਰੜ ਜੀ ਕਰ ਦਿੰਦਾ ਹੈ, ਦੂਜਾ ਫੜ ਕੇ ਉਹਦੇ ਤੋਂ ਗੜ ਗੜ ਜੀ ਕਰਕੇ ਅਗਲੇ ਦੇ ਅੱਗੇ ਸਾਹਮਣੇ ਪੇਸ਼ ਕਰ ਦਿੰਦਾ ਹੈ, ਤੇ ਇਸੇ ਤਰ੍ਹਾਂ ਜਿਹੜਾ ਕੋਈ ਹੋਰ ਆ ਜੇ, ਤੇ ਇਸ ਕਰਕੇ ਇਹਨੂੰ ਜਗਤ ਝੂਠ ਕਿਹਾ ਜਾਂਦਾ, ਵੀ ਸਾਰਿਆਂ ਦਾ ਝੂਠਾ ਹੁੰਦਾ, ਉਹ ਜਗਤ ਝੂਠ ਹੈ। ਤੇ ਸਤਿਗੁਰ ਨੇ ਰਹਿਤਨਾਮੇ ਵਿੱਚ ਵੀ ਆਖਿਆ, ਜਗਤ ਝੂਠ ਤੰਬਾਕੂ ਨਾ ਸੇਵ। ਸਤਿਗੁਰ ਨੇ ਤਾਂ ਬੱਜਰ ਕੁਰੈਤਾਂ ਦੇ ਵਿੱਚ ਹੀ ਇਹਦੀ ਗਿਣਤੀ ਕਰ ਦਿੱਤੀ ਹੈ ਨਾ, 4 ਬੱਜਰ ਕੁਰੈਤਾਂ ਵਿੱਚ, ਕਿ ਜੇ ਗੁਰੂ ਕਾ ਸਿੱਖ ਇਹ ਤੰਬਾਕੂ ਨੂੰ ਕਿਸੇ ਤਰੀਕੇ ਭੁੱਲ ਭੁਲੇਖੇ ਵੀ ਵਰਤ ਲੇ ਜਾਂ ਜਾਣ ਬੁੱਝ ਕੇ ਵਰਤੇ, ਤਾਂ ਉਹ ਬੱਜਰ ਕੁਰੈਤੀਆ ਹੋ ਜਾਂਦਾ ਹੈ, ਤੇ ਉਹਨੂੰ ਦੁਬਾਰਾ 5 ਪਿਆਰਿਆਂ ਦੇ ਗੁਰੂ ਕੀ ਹਜ਼ੂਰੀ ਵਿੱਚ ਪੇਸ਼ ਹੋ ਕੇ ਅੰਮ੍ਰਿਤ ਪਾਨ ਦੁਬਾਰਾ ਕਰਨਾ ਪੈਂਦਾ ਹੈ, ਦੁਬਾਰਾ ਤੋਂ ਅੰਮ੍ਰਿਤ ਛਕਣਾ ਪੈਂਦਾ, ਭੁੱਲਾਂ ਬਖਸ਼ਾਉਣੀਆਂ ਪੈਂਦੀਆਂ, ਤਨਖਾਹ ਲਵਾਉਣੀ ਪੈਂਦੀ ਆ, ਦੰਡ ਭੁਗਤਣ ਤੋਂ ਬਾਅਦ ਫਿਰ ਅਰਦਾਸ ਕਰਕੇ ਉਹ ਗੁਰਸਿੱਖੀ ਵਿੱਚ ਸ਼ਾਮਲ ਹੋਇਆ ਸਮਝਿਆ ਜਾਂਦਾ ਹੈ। ਤੇ ਨਹੀਂ ਤਾਂ ਤੰਬਾਕੂ ਵਰਤਣ ਵਾਲਾ ਉਹ ਕੁਰੈਤੀਆ ਹੋ ਜਾਂਦਾ ਹੈ, ਬੱਜਰ ਕੁਰੈਤੀਆ, ਤੇ ਉਹ ਗੁਰਸਿੱਖੀ ਵਿੱਚ ਉਹਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਕਿ ਤੂੰ ਸਿੱਖ ਨਹੀਂ ਰਿਹਾ, ਤੂੰ ਬੱਜਰ ਕੁਰੈਤੀਆ ਹੈ। ਸੋ ਕਲੂਆ ਕਵੀ ਜੀ ਕਹਿੰਦੇ, ਮਹਾਰਾਜ ਜਦੋਂ ਦਾ ਤੁਰਕਾਂ ਦਾ ਰਾਜ ਹੋਇਆ ਨਾ ਸਾਡੇ ਦੇਸ਼ ਵਿੱਚ, ਉਦੋਂ ਦੀ ਇਹ ਤੰਬਾਕੂ ਦੀ ਨਾਮੁਰਾਦ ਬੂਟੀ ਸਾਡੇ ਦੇਸ਼ ਦੇ ਵਿੱਚ ਆਈ ਹੈ। ਤੇ ਹਿੰਦੂ ਜਿਹੜੇ ਹੈ ਉਹ ਤੰਬਾਕੂ ਤੋਂ, ਜਾਂ ਜਿਹੜੇ ਸਿਆਣੇ ਲੋਕ ਆ, ਵਿਦਵਾਨ ਲੋਕ ਆ, ਪੰਡਿਤ ਲੋਕ ਆ, ਕਿਉਂ ਦੂਰ ਰਹਿੰਦੇ ਆ, ਕਿਉਂ ਨਹੀਂ ਇਹਨੂੰ ਛੂਹਣਾ ਚਾਹੁੰਦੇ, ਇਹਦੀ ਛੋਹ ਤੋਂ ਕਿਉਂ ਦੂਰ ਰਹਿੰਦੇ ਆ? ਕਿਉਂਕਿ ਝੂਠ ਪਾਨ ਜਪ ਮੰਤਰ ਫਲ ਹਿੰਦੂ ਕੇ ਛਪ ਜਾਏ। ਇਹ ਝੂਠ ਦਾ ਪਾਨ ਕਰਨ ਦੇ ਨਾਲ, ਤੰਬਾਕੂ ਨੂੰ ਸੇਵਨ ਦੇ ਨਾਲ, ਤੰਬਾਕੂ ਦੀ ਵਰਤੋਂ ਕਰਨ ਦੇ ਨਾਲ ਕਹਿੰਦੇ ਜਿੰਨੇ ਮੰਤਰਾਂ ਦਾ ਫਲ ਪ੍ਰਾਪਤ ਹੋਇਆ ਹੁੰਦਾ ਹੈ, ਜਿੰਨਾ ਜਪ ਤਪ ਕੀਤਾ ਹੁੰਦਾ ਕਿਸੇ ਨੇ, ਕਿਸੇ ਮਨੁੱਖ ਨੇ, ਕਹਿੰਦੇ ਉਹਦਾ ਜਿਹੜਾ ਸਾਰਾ ਜਪ ਤਪ ਅਜਾਈਂ ਚਲਿਆ ਜਾਂਦਾ, ਉਹਦਾ ਜਪ ਤਪ ਨਾ, ਉਹਦਾ ਕੋਈ ਫਲ ਨਹੀਂ ਰਹਿੰਦਾ, ਫਲੀ ਭੂਤ ਨਹੀਂ ਹੁੰਦਾ। ਜਿੰਨਾ ਜਪ ਤਪ ਕੀਤਾ ਹੁੰਦਾ, ਧਰਮ ਕਰਮ ਕੀਤਾ ਹੁੰਦਾ, ਉਹ ਸਾਰੇ ਨਾਸ਼ ਹੋ ਜਾਂਦੇ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਇਹ ਜਿਹੜੇ ਹਿੰਦੂ ਲੋਕ ਹੈ, ਸਿਆਣੇ ਲੋਕ ਹੈ, ਧਰਮੀ ਲੋਕ ਹੈ, ਉਹ ਇਹ ਜਗਤ ਝੂਠ ਤੰਬਾਕੂ ਤੋਂ ਦੂਰ ਰਹਿੰਦੇ, ਇਹਨੂੰ ਛੂਹਣਾ ਨਹੀਂ ਚਾਹੁੰਦੇ। ਔਰ ਐਸਾ ਵੀ ਬਚਨ ਜਿਹੜਾ ਧਰਮ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ ਕਿ ਤਨਕ ਤੰਬਾਕੂ ਸੇਵੀਐ ਦੇਵ ਪਿਤਰ ਤਜ ਜਾਏ, ਪਾਣੀ ਤਾਂ ਕੇ ਹਾਥ ਕਾ ਮਦਰਾ ਸਮ ਹੋਏ ਜਾਏ। ਕਹਿੰਦੇ ਜਿਹੜਾ ਤਨਕ ਮਾਤਰ ਵੀ ਥੋੜਾ ਜਿਹਾ ਵੀ ਤੰਬਾਕੂ ਦਾ ਸੇਵਨ ਕਰ ਲੈਂਦਾ ਨਾ, ਕਹਿੰਦੇ ਉਹਨੂੰ ਦੇਵ ਪਰਮਾਤਮਾ ਛੱਡ ਦਿੰਦਾ ਹੈ। ਪਿਤਰ ਤਜ ਜਾਏ, ਉਹਦੇ ਦੇਵਤੇ ਤੇ ਜਾਂ ਜਿਹੜੇ ਉਹਦੇ ਵੱਡੇ ਵਡੇਰੇ ਹੈ, ਉਹਦੇ ਸੰਤ ਮਹਾਂਪੁਰਖ ਹੋਏ ਹੈ, ਗੁਰੂ ਪੀਰ ਹੋਏ ਹੈ, ਕਹਿੰਦੇ ਉਹਨੂੰ ਛੱਡ ਦਿੰਦੇ ਆ, ਉਹਨੂੰ ਮੂੰਹ ਨਹੀਂ ਲਾਉਂਦੇ, ਕਿਉਂਕਿ ਬੇਮੁਖ ਹੋ ਜਾਂਦਾ ਤੰਬਾਕੂ ਛਕਣ ਵਾਲਾ, ਤੰਬਾਕੂ ਖਾਣ ਵਾਲਾ, ਤੰਬਾਕੂ ਦੀ ਵਰਤੋਂ ਕਰਨ ਵਾਲਾ। ਤਨਕ ਤੰਬਾਕੂ ਸੇਵੀ ਹੈ ਦੇਵ ਪਿਤਰ ਤਜ ਜਾਏ,
ਪਾਣੀ ਤਾਕੇ ਹਾਥ ਕਾ ਮਦਰਾ ਸਮ ਹੋਏ ਜਾਏ। ਕਹਿੰਦੇ ਤੰਬਾਕੂ ਵਰਤਣ ਵਾਲਾ ਜਿਹੜਾ ਬੰਦਾ ਨਾ ਉਹ ਕਿਸੇ ਨੂੰ ਪਾਣੀ ਵੀ ਪਿਲਾਉਂਦਾ ਨਾ ਆਪਣੇ ਹੱਥ ਦੇ ਨਾਲ, ਕਹਿੰਦੇ ਉਹਦੇ ਹੱਥ ਦਾ, ਤੰਬਾਕੂ ਵਾਲੇ ਬੰਦੇ ਦੇ ਹੱਥ ਦਾ ਪਾਣੀ ਵੀ ਇਉਂ ਸਮਝੋ ਵੀ ਅਸੀਂ ਸ਼ਰਾਬ ਪੀ ਰਹੇ ਹਾਂ। ਮਦਰਾ ਸਮ ਹੋ ਜਾਏ, ਸ਼ਰਾਬ ਵਾਂਗੂ ਹੋ ਜਾਂਦਾ ਤੰਬਾਕੂ ਵਾਲੇ ਹੱਥਾਂ ਦਾ ਜਿਹੜਾ ਪਾਣੀ ਪੀਣਾ। ਇਸ ਕਰਕੇ ਗੁਰੂ ਕੇ ਸਿੱਖ ਜਿਹੜੇ ਰਹਿਤਵਾਨ ਗੁਰਸਿੱਖ ਹੈ ਉਹ ਹਮੇਸ਼ਾ ਹੀ ਤਿਆਰ ਸਿੰਘਾਂ ਤੋਂ, ਵਿਵੇਕੀ ਸਿੰਘਾਂ ਤੋਂ ਉਹ ਭੋਜਨ ਪ੍ਰਸ਼ਾਦਾ ਲੈ ਕੇ ਛਕਦੇ ਹੈ। ਉਹ ਹਰੇਕ ਤੋਂ ਨਹੀਂ ਜਿਹਦੀ ਕਿਰਿਆ ਮਲੀਨ ਹੈ, ਜਿਹੜਾ ਸਾਫ ਸੁਥਰਾ ਨਹੀਂ ਰਹਿੰਦਾ, ਅਤੇ ਵਿਸ਼ੇਸ਼ ਕਰਕੇ ਜਿਹੜੇ ਦੇ ਉੱਤੇ ਕੋਈ ਇੱਦਾਂ ਦਾ ਸ਼ੱਕ ਹੋਵੇ ਵੀ ਇਹ ਤੰਬਾਕੂ ਦੀ ਵਰਤੋਂ ਕਰਦਾ ਹੋਵੇ, ਉਹ ਤੋਂ ਤਾਂ ਉੱਕਾ ਹੀ ਨਹੀਂ ਛਕਦੇ ਨਾ ਲੈ ਕੇ ਕੁਝ ਵੀ, ਆਪ ਛਕ ਲੈਣਗੇ ਬਣਾ ਕੇ। ਬਹੁਤ ਸਾਰੇ ਵਿਵੇਕੀ ਸਿੰਘ ਹੈ, ਬਹੁਤ ਸਾਰੀਆਂ ਸੰਪਰਦਾਵਾਂ ਜਥਿਆਂ ਦੇ ਸਿੰਘ ਉਹ ਜਿਹੜੇ ਇਸ ਪ੍ਰਕਾਰ ਜਿਹੜੇ ਤਿਆਰ ਨਹੀਂ, ਉਹਨਾਂ ਦੇ ਹੱਥੋਂ ਛਕਦੇ ਨਹੀਂ, ਕਿਉਂਕਿ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਖਿਆਲ ਹੁੰਦਾ ਹੈ ਕਿ ਸਾਡਾ ਕੀਤਾ ਹੋਇਆ ਜਿਹੜਾ ਧਰਮ ਕਰਮ ਹੈ ਕਿਤੇ ਅਜਾਈ ਨਾ ਚਲਿਆ ਜਾਵੇ ਤੰਬਾਕੂ ਵਾਲੇ ਹੱਥਾਂ ਤੋਂ ਲੈ ਕੇ ਛਕਿਆ ਹੋਇਆ। ਸੋ ਧਰਮ ਗ੍ਰੰਥ ਕਹਿੰਦਾ ਤਨਕ ਤੰਬਾਕੂ ਸੇਵੀਐ ਦੇਵ ਪਿਤਰ ਤਜ ਜਾਏ, ਪਾਣੀ ਤਾਕੇ ਹਾਥ ਕਾ ਮਦਰਾ ਸਮ ਹੋਏ ਜਾਏ। ਕਹਿੰਦੇ ਸ਼ਰਾਬ ਦੇ ਤੁੱਲ ਹੁੰਦਾ ਤੰਬਾਕੂ ਵਰਤਣ ਵਾਲੇ ਬੰਦੇ ਦੇ ਹੱਥਾਂ ਦਾ ਜਿਹੜਾ ਪਾਣੀ ਹੈ ਉਹਦੇ ਹੱਥੋਂ ਜਲਪਾਨ ਕਰਨਾ। ਇਸ ਕਰਕੇ ਕਲੂਆ ਕਵੀ ਜੀ ਕਹਿ ਰਹੇ ਹੈ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਆਪ ਜੀ ਨੇ ਸਵਾਲ ਕੀਤਾ ਵੀ ਸਿਆਣੇ ਵਿਦਵਾਨ ਧਰਮੀ ਲੋਕ ਤੰਬਾਕੂ ਦੀ ਛੋਹ ਤੋਂ ਦੂਰ ਕਿਉਂ ਰਹਿੰਦੇ ਹੈ, ਉਹ ਕਹਿੰਦਾ ਝੂਠ ਪਾਨ ਜਪ ਮੰਤਰ ਫਲ ਹਿੰਦੂ ਕੇ ਛਪ ਜਾਏ। ਹਿੰਦੂ ਤਾਂ ਜਿਹੜੇ ਖਾਸ ਕਰਕੇ ਇਹ ਗੱਲ ਮੰਨਦੇ ਹੈ ਕਿ ਜਿਹੜਾ ਜਗਤ ਝੂਠ ਤੰਬਾਕੂ ਹੈ ਇਹਨੂੰ ਸੇਵਨ ਦੇ ਨਾਲ, ਇਹਨੂੰ ਹੱਥ ਲਾਉਣ ਦੇ ਨਾਲ ਜਿਹੜਾ ਜਪ ਤਪ ਕੀਤਾ ਹੁੰਦਾ ਹੈ, ਧਰਮ ਕਰਮ ਕੀਤੇ ਹੁੰਦੇ ਹੈ, ਉਹਨਾਂ ਦਾ ਫਲ ਨਾਸ਼ ਹੋ ਜਾਂਦਾ ਹੈ। ਤੇ ਮਹਾਰਾਜ ਜਿਹੜਾ ਅਗਲਾ ਸਵਾਲ ਹੈ ਕਿ ਦੁਆਦਸ਼ੀ ਵਾਲੇ ਦਿਨ ਕਥਾ ਕਿਉਂ ਨਹੀਂ ਕੀਤੀ ਜਾਂਦੀ, ਕਥਾ ਕਿਉਂ ਨਹੀਂ ਸੁਣੀ ਜਾਂਦੀ, ਬ੍ਰਾਹਮਣ ਲੋਕ, ਸਨਾਤਨੀਏ ਲੋਕ, ਹਿੰਦੂ ਲੋਕ ਕਥਾ ਦਾ ਮਹਾਤਮ ਕਿਉਂ ਨਹੀਂ ਦੱਸਦੇ, ਦਸਵੀਂ ਦੀ ਕਥਾ ਦਾ ਦੱਸਦੇ ਹੈ, ਇਕਾਦਸ਼ੀ ਦਾ ਦੱਸਦੇ ਹੈ, 12ਵੀਂ ਥਿੱਤ ਦਾ, ਦੁਆਦਸ਼ੀ ਦਾ ਕਿਉਂ ਨਹੀਂ ਦੱਸਦੇ। ਕਹਿੰਦਾ ਜੀ ਮੈਂ ਧਰਮ ਗ੍ਰੰਥਾਂ ਦੇ ਵਿੱਚ ਇਹ ਗੱਲ ਪੜ੍ਹੀ ਹੈ ਕਿ ਜਿੰਨੇ ਪਾਪ ਆ ਨਾ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਰੀ ਨਾਰਾਇਣ ਵਾਹਿਗੁਰੂ ਪਰਮੇਸ਼ਰ ਦੀ ਜਦੋਂ ਉਸਤਤੀ ਵਾਲੀ ਮਹਿਮਾ ਵਾਲੀ ਕਥਾ ਕੀਤੀ ਜਾਂਦੀ ਹੈ ਉਸ ਵੇਲੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਤੇ ਇਹ ਸਾਰੇ ਪਾਪ ਨਾ ਇਹ ਕਥਾ ਦੇ ਦੁੱਖੋਂ ਦੁਖੀ ਹੋ ਕੇ ਨਾ, ਕਹਿੰਦੇ ਸਕਲ ਪਾਪ ਜਿਉ ਭੂਮ ਕੇ ਹਰ ਪੈ ਗਏ ਫਰਿਆਦ। ਕਹਿੰਦੇ ਸਾਰੇ ਜਿਹੜੇ ਸੀ ਨਾ, ਕਹਿੰਦੇ ਇਹ ਭਗਵਾਨ ਦੇ ਕੋਲੇ, ਹਰੀ ਕੋਲੇ ਗਏ ਫਰਿਆਦ ਕਰਨ ਵਾਸਤੇ। ਕਹਿੰਦੇ ਮਹਾਰਾਜ ਤੁਹਾਡੀ ਕਥਾ ਦੇ ਨਾਲ ਸਾਡਾ ਨਾਸ਼ ਹੋ ਜਾਂਦਾ ਹੈ, ਸਾਡੀ ਬੇਨਤੀ ਫਰਿਆਦ ਸੁਣੋ। ਹਾਂਜੀ ਉੱਪਰੋਂ ਪੜੋ, ਕਲਮ ਹੈ ਇੱਥੋਂ, ਕਲਮ ਹੈ ਹਾਂਜੀ, ਕਲਮ ਹੈ। ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਤੁਮਰੀ ਮਹਿ, ਤੁਹਾਡੀ ਮਹਿਮਾ ਵਾਲੀ ਜਿਹੜੀ ਕਥਾ ਹੁੰਦੀ ਆ ਨਾ, ਤੇ ਹਨਨ ਹਰ ਕਹਿ ਸੁਰਤ ਕਥ ਬਾਦ। ਕਹਿੰਦੇ ਹਨਨ ਹੋ ਜਾਂਦਾ ਸਾਡਾ, ਪਾਪਾਂ ਦਾ ਨਾਸ਼ ਹੋ ਜਾਂਦਾ ਜਦੋਂ ਤੁਹਾਡੀ ਕਥਾ ਹੁੰਦੀ ਹੋਵੇ। ਗੁਰਮੁਖੋ ਜਦੋਂ ਕਥਾ ਹੁੰਦੀ ਆ ਨਾ, ਇਹ ਕਥਾ ਦਾ ਮਹਾਤਮ ਵੀ ਆਪਾਂ ਇਸ ਪੰਕਤੀ ਦੇ ਵਿੱਚ ਸਮਝਣਾ। ਜਦੋਂ ਗੁਰੂ ਕੀ ਮਹਿਮਾ ਹੋ ਰਹੀ ਹੋਵੇ, ਗੁਰੂ ਕੀ ਕਥਾ ਹੋ ਰਹੀ ਹੋਵੇ, ਉਸ ਵੇਲੇ ਕਥਾ ਵਿੱਚ ਹਾਜ਼ਰੀ ਭਰਨ ਦਾ ਮਹਾਤਮ ਇਹ ਹੈ ਕਿ ਸਾਡੇ ਜਿੰਨੇ ਵੀ ਪਾਪ ਕਰਮ ਹੁੰਦੇ ਆ ਨਾ, ਕਥਾ ਵਿੱਚ ਬੈਠਣ ਦੇ ਨਾਲ ਉਹ ਨਾਸ਼ ਹੋ ਜਾਂਦੇ ਆ, ਸਾਡੇ ਪਾਪ ਘਟਦੇ ਆ, ਪੁੰਨਾਂ ਦੀ ਵ੍ਰਿੱਧੀ ਹੁੰਦੀ ਹੈ, ਪੁੰਨਾਂ ਦਾ ਵਾਧਾ ਹੁੰਦਾ। ਜਦੋਂ ਅਸੀਂ ਧਿਆਨਪੂਰਵਕ ਕਥਾ ਸੁਣਦੇ ਹਾਂ, ਧਿਆਨਪੂਰਵਕ ਕਥਾ ਕੀਤੀ ਜਾਂਦੀ ਹੈ, ਅਤੇ ਉਹ ਰਸ ਦੇ ਵਿੱਚ ਜਦੋਂ ਅਸੀਂ ਮਗਨ ਹੋ ਜਾਂਦੇ ਹਾਂ, ਸਾਡੇ ਬਹੁਤ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਜਦੋਂ ਕੋਈ ਐਸਾ ਬਚਨ ਆਉਂਦਾ ਹੈ ਵੀ ਆਹ ਕੁਕਰਮ ਸਾਨੂੰ ਛੱਡ ਦੇਣਾ ਚਾਹੀਦਾ, ਗੁਰੂ ਸਾਹਿਬ ਦਾ ਆਹ ਹੁਕਮ ਹੈ, ਗੁਰੂ ਸਾਹਿਬ ਦੀ ਇਸ ਤਰ੍ਹਾਂ ਆਗਿਆ ਹੈ ਵੀ ਇਹਨੂੰ ਛੱਡਣਾ ਹੈ, ਇਹਨੂੰ ਤਿਆਗਣਾ ਹੈ ਅਤੇ ਇਹਨੂੰ ਅਪਣਾਉਣਾ ਹੈ, ਇਸ ਗੁਣ ਨੂੰ, ਇਸ ਔਗੁਣ ਨੂੰ ਛੱਡਣਾ ਹੈ, ਤਾਂ ਸਾਡਾ ਮਨ ਕਥਾ ਵਿੱਚ ਜਦੋਂ ਜੁੜਿਆ ਹੋਵੇ ਨਾ, ਤਾਂ ਆਪਣੇ ਆਪ ਹੀ ਫੈਸਲਾ ਕਰਦਾ ਵੀ ਅੱਜ ਤੋਂ ਬਾਅਦ ਅਸੀਂ ਆਹ ਔਗੁਣ ਨਹੀਂ ਕਰਨਾ, ਪਾਪਾਂ ਦਾ ਨਾਸ਼ ਹੁੰਦਾ ਹੈ। ਇਹਨਾਂ ਪਾਪਾਂ ਨੇ ਜਾ ਕੇ ਬੇਨਤੀ ਕੀਤੀ ਹਰੀ ਵਿਸ਼ਨੂੰ ਭਗਵਾਨ ਦੇ ਕੋਲੇ ਕਿ ਭਗਵਾਨ ਜੀ ਸਾਡੇ ਕਲਯੁਗ ਦੇ ਸਮੇਂ ਵਿੱਚ ਜਦੋਂ ਤੁਹਾਡੀ ਕਥਾ ਹੁੰਦੀ ਹੈ ਤਾਂ ਸਾਡਾ ਨਾਸ਼ ਹੋ ਜਾਂਦਾ ਹੈ।
ਤਾਂ ਸਾਡੇ ਦੇ ਉੱਤੇ ਵੀ ਕੋਈ ਕਿਰਪਾ ਕਰੋ, ਕੋਈ ਇੱਕ ਅੱਧਾ ਦਿਨ ਤਾਂ ਸਾਨੂੰ ਇਹੋ ਜਿਹਾ ਦਿਓ ਵੀ ਸਾਡਾ ਨਾਸ਼ ਨਾ ਹੋਵੇ, ਅਸੀਂ ਵੀ ਆਪਣਾ ਕੰਮ ਚਲਾਈ ਜਾਈਏ, ਵੀ ਸਾਡੇ ਨਾਲ ਅਨਿਆਂ ਨਾ ਕਰੋ ਤੁਸੀਂ, ਵੀ ਸਾਨੂੰ ਵੀ ਥੋੜ੍ਹਾ ਬਹੁਤਾ ਸਮਾਂ ਦਿਓ। ਤਾਂ ਭਗਵਾਨ ਜੀ ਉਸ ਵੇਲੇ ਕਹਿੰਦੇ ਹਰ ਕਹਿ ਸੁਰਤ ਕਥ ਬਾਦ, ਕਹਿੰਦੇ ਹਰੀ ਨੇ ਉਸ ਵੇਲੇ ਭਗਵਾਨ ਨੇ ਇਹਨਾਂ ਨੂੰ ਆਖਿਆ ਕਿ ਕਹਿੰਦੇ ਦੁਆਦਸ਼ੀ ਵਾਲਾ ਦਿਨ ਤੁਹਾਨੂੰ ਦਿੱਤਾ, ਵੀ ਦੁਆਦਸ਼ੀ ਵਾਲੀ ਥਿਤ ਨੂੰ ਜੇ ਕਥਾ ਹੋਵੇਗੀ ਤੇ ਤੁਹਾਡਾ ਨਾਸ਼ ਨਹੀਂ ਕਰੇਗੀ। ਦੁਆਦਸ਼ੀ ਦੇ ਵਾਲੇ ਦਿਨ ਕਥਾ ਕੀਤੀ ਤੁਹਾਡਾ ਨਾਸ਼ ਨਹੀਂ ਕਰੇਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹ ਪੜ੍ਹਿਆ ਧਾਰਮਿਕ ਗ੍ਰੰਥਾਂ ਦੇ ਵਿੱਚ, ਸਨਾਤਨ ਗ੍ਰੰਥਾਂ ਦੇ ਵਿੱਚ, ਕਿ ਦੁਆਦਸ਼ੀ ਵਾਲੇ ਦਿਨ ਕਥਾ ਕੀਤੇ ਦਾ ਜਾਂ ਕਥਾ ਸੁਣੇ ਦਾ ਕੋਈ ਫਲ ਨਹੀਂ ਪ੍ਰਾਪਤ ਹੁੰਦਾ। ਇਸ ਕਾਰਨ ਕਰਕੇ ਦੁਆਦਸ਼ੀ ਦੀ ਥਿਤ ਨੂੰ ਨਾ ਤਾਂ ਕਥਾ ਕੀਤੀ ਜਾਂਦੀ ਹੈ ਤੇ ਨਾ ਸੁਣੀ ਜਾਂਦੀ ਹੈ ਤੇ ਨਾ ਹੀ ਕੋਈ ਮਹਾਤਮ ਦੱਸਿਆ ਜਾਂਦਾ ਹੈ। ਫੇਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾ ਤੁਮ ਦਿਆਲ ਹੋਏ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਦਿਆਲ ਹੋ ਜਾਂਦੀ ਹੈ, ਭਾਵ ਆਪ ਜੀ 10ਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆ ਜਾਂਦੇ ਹੋ, ਸਗਲ ਦੋਖ ਮਿਟ ਜਾਏ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸਾਰੇ ਹੀ ਦੁੱਖ, ਸਾਰੇ ਹੀ ਦੋਸ਼, ਸਾਰੇ ਹੀ ਔਗਣ ਮਿਟ ਜਾਂਦੇ ਆ, ਖਤਮ ਹੋ ਜਾਂਦੇ ਹਨ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਹਾਡੀ ਕਿਰਪਾ ਹੋ ਜਾਏ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ, ਤਾਂ ਉਸ ਵੇਲੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਸ਼ੰਕਰ ਵਿਦਰ, ਸ਼ੰਕਰ ਵਰਨ ਦੇ ਵਿੱਚ ਪੈਦਾ ਹੋਣ ਵਾਲਾ ਜਿਹੜਾ ਵਿਦਰ ਹੈ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਕਿਉਂਕਿ ਵਿਦਰ ਇਹ ਦਾਸੀ ਦੀ ਕੁੱਖੋਂ ਪੈਦਾ ਹੋਇਆ ਸੀ ਨਾ, ਸਨਾਤਨ ਮਤ ਦੇ ਗ੍ਰੰਥਾਂ ਦੇ ਮੁਤਾਬਕ ਜਿਹੜੇ ਵਿਦਰ ਦੀ ਪੈਦਾਇਸ਼ ਸੀ। ਸੋ ਗੁਰਮੁਖ ਪਿਆਰਿਓ, ਇਹ ਇੱਕ ਰਾਜੇ ਦੀ ਦਾਸੀ ਸੀ ਜਿਹਦਾ ਨਾਮ ਆਉਂਦਾ ਹੈ, ਜਿਹਦਾ ਨਾਮ ਗੁਰਮੁਖ ਪਿਆਰਿਓ ਸੁਦੇਸ਼ਣਾ ਆਉਂਦਾ ਹੈ। ਸੁਦੇਸ਼ਣਾ ਦਾਸੀ ਦੀ ਕੁੱਖੋਂ, ਤੇ ਇਹ ਜਿਹੜੀ ਨਜਾਇਜ਼ ਔਲਾਦ ਸੀ, ਵੇਦ ਵਿਆਸ ਰਿਸ਼ੀ ਦਾ ਪੁੱਤਰ ਸੀ। ਤੇ ਇਹ ਕਿਉਂ ਦਾਸੀ ਦੀ ਕੁੱਖੋਂ ਜਨਮਿਆ ਹੈ? ਤਾਂ ਇਹ ਧਰਮਰਾਜ ਸੀ, ਤੇ ਧਰਮਰਾਜਾ ਨਾਲ ਜਿਹੜਾ ਉਹਨੂੰ ਸ਼ਰਾਪ ਮਿਲਿਆ ਸੀ। ਇੱਕ ਜਿਹੜਾ ਗੁਰਮੁਖ ਪਿਆਰਿਓ ਕੋਈ ਰਿਸ਼ੀ ਹੋਇਆ ਸੀ, ਸ਼ਾਇਦ ਉਹਦਾ ਨਾਂ ਅਣੀ ਮਾਂਡਵੈ ਰਿਸ਼ੀ ਸੀ, ਤੇ ਉਹ ਕਹਿੰਦੇ ਤਪੱਸਿਆ ਕਰਦਾ ਸੀ ਜੰਗਲ ਦੇ ਵਿੱਚ। ਉਹ ਰਿਸ਼ੀ ਤਪੱਸਿਆ ਕਰ ਰਿਹਾ ਹੈ ਤੇ ਕੁਝ ਚੋਰ ਆਏ ਰਾਜੇ ਦੇ, ਚੋਰੀ ਕਰਕੇ ਉਹਨਾਂ ਨੇ ਉਹ ਸਮਾਧੀ ਵਿੱਚ ਬੈਠਾ ਲੁੱਟਦਾ ਸਮਾਨ ਉਹਦੀ ਕੁਟੀਆ ਵਿੱਚ ਰੱਖ ਕੇ ਆਪ ਅਗਾਂਹ ਚਲੇ ਗਏ। ਪਿੱਛੇ ਪਿੱਛੇ ਫੌਜ ਸਿਪਾਹੀ ਲੱਭਦੇ ਆ ਗਏ ਵੀ ਚੋਰ ਕਿੱਧਰ ਨੂੰ ਗਿਆ। ਜਦੋਂ ਉਹਨਾਂ ਨੇ ਲੁੱਟ ਦਾ ਮਾਲ ਉੱਥੇ ਰਿਸ਼ੀ ਕੋਲੇ ਪਿਆ ਵੇਖਿਆ ਤਾਂ ਉਹਨਾਂ ਨੇ ਚੋਰ 'ਚ ਸਮਝ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਵੀ ਇਹੀ ਚੋਰ ਹੈ। ਜਦੋਂ ਉਹਨੂੰ ਚੋਰ ਸਮਝ ਕੇ ਗ੍ਰਿਫਤਾਰ ਕੀਤਾ ਤੇ ਗੁਰਮੁਖ ਪਿਆਰਿਓ ਉਹਨੂੰ ਸਜ਼ਾ ਦੇ ਦਿੱਤੀ ਗਈ ਵੀ ਇਹਨੂੰ ਸੂਲੀ ਤੇ ਚਾੜ੍ਹ ਦਿੱਤਾ ਜਾਵੇ। ਜਦੋਂ ਉਹਨੂੰ ਸੂਲੀ ਤੇ ਚਾੜ੍ਹਿਆ, ਉਹਦੀ ਮੌਤ ਹੋਈ, ਧਰਮਰਾਜੇ ਦੇ ਕੋਲੇ ਗਿਆ ਤੇ ਉਹਨੇ ਆਖਿਆ ਮੈਂ ਤਾਂ ਬੜਾ ਭਗਤੀ ਸ਼ਕਤੀ ਵਾਲਾ ਰਿਸ਼ੀ ਸੀ, ਵੀ ਮੈਨੂੰ ਧਰਮਰਾਜਾ ਤੂੰ ਇਹ ਸਜ਼ਾ ਕਿਉਂ ਦਿੱਤੀ? ਤਾਂ ਉਸ ਵੇਲੇ ਉਹਨੇ ਆਖਿਆ ਵੀ ਸੂਲੀ ਦੀ ਸਜ਼ਾ ਤੈਨੂੰ ਤਾਂ ਦਿੱਤੀ ਹੈ ਵੀ ਰਿਸ਼ੀ ਜਦੋਂ ਤੂੰ ਬਚਪਨ ਦੇ ਵਿੱਚ ਸੀ ਨਾ, ਤੇਰਾ ਬਚਪਨਾ ਸੀ, ਬਾਲਕ ਅਵਸਥਾ ਵਿੱਚ ਸੀ ਤੂੰ, ਤਾਂ ਉਸ ਵੇਲੇ ਤੂੰ ਅੱਕ ਦੇ ਟਿੱਡੇ ਦੇ ਵਿੱਚ ਨਾ ਉਹਦੇ ਸਰੀਰ ਦੇ ਵਿੱਚ ਸੂਲਾਂ ਖੋਭ ਕੇ ਖੇਡਦਾ ਸੀ ਤੇ ਉਹਦੀਆਂ ਅੱਖਾਂ ਵਿੰਨ ਦਿੱਤੀਆਂ ਸਨ, ਉਹਦਾ ਸਰੀਰ ਵਿੰਨ ਦਿੱਤਾ ਸੀ। ਤੇਰੇ ਉਹ ਪਾਪ ਕਰਮ ਦਾ ਫਲ ਤੈਨੂੰ ਇਹ ਸੂਲੀ ਪ੍ਰਾਪਤ ਹੋਇਆ। ਤਾਂ ਉਸ ਵੇਲੇ ਉਹ ਰਿਸ਼ੀ ਨੇ ਬਚਨ ਕੀਤਾ ਸੀ ਕਿ ਅੱਜ ਤੋਂ ਬਾਅਦ ਇਸ ਯੁੱਗ ਦੇ ਵਿੱਚ, ਇਸ ਸਮੇਂ ਦੇ ਵਿੱਚ 14 ਸਾਲ ਤੱਕ ਜੋ ਵੀ ਬੱਚਾ ਕਰਮ ਕਰੇਗਾ ਨਾ ਤਾਂ ਉਹਦਾ ਕੋਈ ਪੁੰਨ ਲੱਗੇਗਾ ਤੇ ਨਾ ਕੋਈ ਪਾਪ ਲੱਗੇਗਾ, ਕਿਉਂਕਿ ਉਸ ਵੇਲੇ ਸੋਝੀ ਕੋਈ ਨਹੀਂ ਹੁੰਦੀ। ਇਹ ਬਚਨ ਕੀਤਾ ਸੀ ਤੇ ਨਾਲ ਹੀ ਧਰਮਰਾਜੇ ਨੂੰ ਸ਼ਰਾਪ ਦਿੱਤਾ ਸੀ ਵੀ ਤੂੰ ਮੈਨੂੰ ਨਿਰਦੋਸ਼ ਨੂੰ ਐਵੇਂ ਚੋਰ ਬਣਾ ਕੇ ਤੇ ਇਸ ਤਰ੍ਹਾਂ ਦੀ ਸਜ਼ਾ ਦਵਾ ਦਿੱਤੀ, ਮੇਰੀ ਮੌਤ ਦਾ ਪਰਵਾਨਾ ਭੇਜ ਦਿੱਤਾ, ਮੈਨੂੰ ਮਾਰ ਦਿੱਤਾ, ਸੂਲੀ ਤੇ ਚਾੜ੍ਹਿਆ, ਇਸ ਕਰਕੇ ਤੂੰ ਨੀਚ ਘਰ ਦੇ ਵਿੱਚ ਜੰਮੇਗਾ, ਨਜਾਇਜ਼ ਔਲਾਦ ਦੇ ਰੂਪ ਦੇ ਵਿੱਚ ਦਾਸੀ ਦੀ ਕੁੱਖੋਂ, ਸੁਦੇਸ਼ਣਾ ਦੀ ਕੁੱਖੋਂ ਤੂੰ ਜੰਮੇਗਾ, ਪਰ ਹੋਵੇਂਗਾ ਤੂੰ ਭਗਤੀ ਵਾਲਾ ਕਿਉਂਕਿ ਤੂੰ ਧਰਮਰਾਜ ਹੈ। ਸੋ ਇਹ ਜਿਹੜਾ ਹੈਗਾ ਸੀ ਗੁਰਮੁਖ ਪਿਆਰਿਓ ਬਿਦਰ, ਇਹ ਦਾਸੀ ਸੁੱਤ ਵੀ, ਇਹਨੂੰ ਗੁਰਬਾਣੀ ਵਿੱਚ ਵੀ ਦਾਸੀ ਸੁੱਤ ਕਰਕੇ ਲਿਖਿਆ।
ਸੋ ਇਹ ਦਾਸੀ ਦੀ ਕੁੱਖੋਂ ਜੰਮਿਆ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਰ ਰਹੇ ਆ ਵਿਦਵਾਨ ਕਵੀ, ਕਹਿੰਦੇ ਮਹਾਰਾਜ ਐਸੇ ਐਸੇ ਜਿਹੜੇ ਲੋਕ ਹੈ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਜਦੋਂ ਆਪ ਜੀ ਕਿਰਪਾਲੂ ਹੋ ਜਾਵੋ, ਅਕਾਲ ਪੁਰਖ ਵਾਹਿਗੁਰੂ ਦੀ ਉਹਨਾਂ ਦੇ ਉੱਤੇ ਕਿਰਪਾ ਹੋ ਜਾਵੇ, ਉਦੋਂ ਬਿਦਰ ਦਾ ਵੀ ਪਾਰ ਉਤਾਰਾ ਹੋ ਜਾਂਦਾ। ਤੇ ਦਾਰਦ ਵਿਪਰ, ਜਿਹੜਾ ਦਰਿਦਰੀ ਵਿਪਰ ਹੈ, ਦਰਿਦਰੀ ਬਾਹਮਣ ਹੈ, ਭਾਵ ਸੁਦਾਮਾ, ਕਹਿੰਦੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ। ਭਗਵਾਨ ਉਹਦੇ ਤੇ ਵੀ ਕਿਰਪਾ ਕਰ ਦਿੰਦਾ ਹੈ। ਜਦੋਂ ਇਸ ਸੁਦਾਮੇ ਬਾਬਤ ਤੁਸੀਂ ਪਹਿਲਾਂ ਇੱਕ ਦਿਨ ਸੁਣਿਆ ਸੀ ਕਿ ਇਹ ਭਗਵਾਨ ਕ੍ਰਿਸ਼ਨ ਜੀ ਦਾ ਹਮਜਮਾਤੀ ਸੀ, ਸੰਦੀਪਨ ਗੁਰੂ ਕੋਲ ਇਕੱਠੇ ਪੜ੍ਹਦੇ ਸਨ, ਪਰ ਬਚਪਨ ਤੋਂ ਬਾਅਦ ਇਹ ਜਦੋਂ ਜਵਾਨੀ ਆਈ ਭਗਵਾਨ ਕ੍ਰਿਸ਼ਨ ਜੀ ਦੁਆਰਕਾ ਦੇ ਰਾਜੇ ਬਣ ਗਏ ਤੇ ਇਹ ਬ੍ਰਾਹਮਣ ਬੜਾ ਦਰਿਦਰਤਾ ਇਹਦੇ ਘਰ ਦੇ ਵਿੱਚ ਆ ਗਈ, ਬੜਾ ਗਰੀਬ ਸੀ। ਇੱਕ ਦਿਨ ਇਹਨੇ ਕੋਈ ਗੱਲਬਾਤ ਚੱਲੀ, ਆਪਣੀ ਘਰ ਵਾਲੀ ਬ੍ਰਾਹਮਣੀ ਕੋਲ ਆਖਿਆ ਕਿ ਕ੍ਰਿਸ਼ਨ ਜੀ ਮੇਰੇ ਬਚਪਨ ਦੇ ਮਿੱਤਰ ਆ, ਅਸੀਂ ਹਮਜਮਾਤੀ ਰਹੇ ਹਾਂ। ਤੇ ਉਸ ਵੇਲੇ ਉਹਨੇ ਫਿਰ ਪ੍ਰੇਰਨਾ ਕੀਤੀ ਵੀ ਤੇਰਾ ਮਿੱਤਰ, ਤੇਰਾ ਯਾਰ ਹੋਵੇ ਰਾਜਾ, ਤੇ ਅਸੀਂ ਉਹਦੇ ਰਾਜ ਵਿੱਚ ਭੁੱਖੇ ਮਰਦੇ ਹੋਈਏ, ਤੂੰ ਜਾ ਖਾਂ ਉਹਦੇ ਕੋਲ ਮਦਦ ਮੰਗ ਕੋਈ। ਤਾਂ ਫਿਰ ਇਹ ਸੰਗਦਾ ਸੰਗਾਉਂਦਾ ਜਾ ਇਹ ਭਗਵਾਨ ਜੀ ਦੇ ਦਰ ਦੇ ਉੱਤੇ ਪਹੁੰਚਿਆ ਸੀ। ਜਾ ਕੇ ਇਹਨੇ ਆਖਿਆ ਨਹੀਂ ਸੀ ਕੁਝ ਵੀ, ਪਰ ਭਗਵਾਨ ਜੀ ਨੇ ਇਹਦੇ ਮਨ ਦੀ ਗੱਲ ਸਮਝ ਕੇ ਤੇ ਆਪ ਹੀ ਇਹਨਾਂ ਦਾ ਬਹੁਤ ਸੋਹਣਾ ਮਹੱਲ ਘਰ ਬਣਾ ਦਿੱਤਾ ਸੀ, ਬਹੁਤ ਸਾਰਾ ਧਨ ਪਦਾਰਥ ਇਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਸੀ। ਤੇ ਇਸ ਪ੍ਰਕਾਰ ਇਹਦੀ ਸਾਰੀ ਗਰੀਬੀ ਚੱਕੀ ਗਈ ਸੀ। ਇਹਦੀ ਘਰ ਵਾਲੀ ਬ੍ਰਾਹਮਣੀ ਨੇ ਜਿਹੜੇ ਕੁਝ ਕੁ ਚੌਲ, ਕੁਝ ਕੁ ਸੱਤੂ ਪੱਲੇ ਨਾਲ ਬੰਨ੍ਹ ਕੇ ਭੇਜੇ ਸਨ, ਭਗਵਾਨ ਜੀ ਨੇ ਬੜੇ ਚਾਅ ਦੇ ਨਾਲ, ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਖਾਧਾ ਸੀ। ਰੁਕਮਣੀ ਜੀ ਜਦੋਂ ਉਹਦੇ ਵਿੱਚੋਂ ਮੁੱਠ ਭਰਨ ਲੱਗੇ ਤਾਂ ਹਟਾ ਦਿੱਤਾ ਸੀ, ਨਹੀਂ ਕਹਿੰਦੇ ਇਹ ਮੇਰਾ ਹਿੱਸਾ, ਭਾਬੀ ਜੀ ਨੇ ਪ੍ਰੇਮ ਨਾਲ ਮੇਰੇ ਵਾਸਤੇ ਭੇਜਿਆ, ਇਸ ਕਰਕੇ ਬੜੇ ਪ੍ਰੇਮ ਨਾਲ ਉਹ ਛਕੇ ਸਨ। ਇਹ ਪੁਰਾਣਿਕ ਜਿਹੜੀਆਂ ਕਥਾਵਾਂ ਆਉਂਦੀਆਂ ਉਹਦੇ ਮੁਤਾਬਕ। ਸੋ ਕਿਉਂਕਿ ਗੁਰਬਾਣੀ ਵਿੱਚ ਵੀ ਇਹਨਾਂ ਦਾ ਜ਼ਿਕਰ ਹੈ, ਗੁਰ ਇਤਿਹਾਸ ਵਿੱਚ ਵੀ ਜ਼ਿਕਰ ਹੈ, ਫਿਰ ਆਪਾਂ ਇਹਨੂੰ ਥੋੜ੍ਹਾ ਜਿਹਾ ਵਿਸਥਾਰ ਵਿੱਚ ਲੈ ਲੈਂਦੇ ਹੁੰਦੇ ਆ ਤਾਂ ਕਿ ਸਾਰਿਆਂ ਨੂੰ ਸਮਝ ਲੱਗ ਜਾਏ ਵੀ ਗੱਲ ਅਸਲ ਦੇ ਵਿੱਚ ਹੈ ਕੀ। ਸੋ ਕਹਿੰਦੇ ਉਹ ਜਿਹੜਾ ਵਿਪਰ ਸੀ, ਦਾਰਦੀ ਸੀ, ਦਰਿਦਰੀ ਸੀ, ਬੜਾ ਸੁਦਾਮਾ, ਉਹਦੇ ਉੱਤੇ ਵੀ ਜਦੋਂ ਭਗਵਾਨ ਦੀ ਕਿਰਪਾ ਹੋਈ, ਭਗਵਾਨ ਦਿਆਲ ਹੋਇਆ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਇਸੇ ਤਰ੍ਹਾਂ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਸਤਾਰਾ, ਗੁਰਬਾਣੀ ਵਿੱਚ ਜ਼ਿਕਰ ਹੈ। ਅਜਾ ਮਲ ਜਿਹੜਾ ਬ੍ਰਾਹਮਣ ਸੀ ਕਨੌਜ ਦਾ, ਤੇ ਕਹਿੰਦੇ ਬੜਾ ਇਹ ਪਾਪੀ ਸੀ, ਬੜੇ ਪਾਪ ਕਰਮ ਇਹਨੇ ਕੀਤੇ ਹੋਏ ਸਨ। ਘਰ ਵਿੱਚ ਇਹਦੇ ਕਈ ਪੁੱਤਰ ਪੈਦਾ ਹੋਏ ਤੇ ਫਿਰ ਕਿਸੇ ਮਹਾਤਮਾ ਦੀ ਇਹਨੂੰ ਸੰਗਤ ਹੋਈ ਸੀ ਤਾਂ ਉਹਨੇ ਆਖਿਆ ਸੀ ਕਿ ਸਭ ਤੋਂ ਛੋਟੇ ਪੁੱਤਰ ਦਾ ਨਾਮ ਨਾਰਾਇਣ ਰੱਖੀ। ਜੁਗਤੀ ਦੇ ਨਾਲ ਮੁਕਤੀ ਆ ਨਾ, ਜੁਗਤੀ ਵਰਤੀ ਮਹਾਤਮਾ ਨੇ ਵੀ ਜਦੋਂ ਨਾਰਾਇਣ ਨਾਰਾਇਣ ਜਪੇਗਾ, ਨਾਰਾਇਣ ਜਿਹਦੇ ਵਿੱਚ ਨਹੀਂ ਹੈ ਰਾਇਣ, ਰਾਤ ਅਵਿਦਿਆ ਰੂਪੀ ਰਾਤ ਨਹੀਂ ਹੈ ਜਿਹਦੇ ਵਿੱਚ, ਉਹ ਭਗਵਾਨ ਅਕਾਲ ਪੁਰਖ ਵਾਹਿਗੁਰੂ ਰੱਖਿਆ ਸੀ ਪੁੱਤਰ ਦਾ ਨਾਮ। ਪਰ ਬਹਾਨੇ ਦੇ ਨਾਲ ਨਾਰਾਇਣ ਨਾਰਾਇਣ ਜਪਦਾ ਰਹਿੰਦਾ ਸੀ, ਕਿਉਂਕਿ ਛੋਟਾ ਬੱਚਾ ਜਿਹੜਾ ਛੋਟਾ ਪੁੱਤਰ ਹੋਵੇ ਨਾ, ਸਾਰਿਆਂ ਤੋਂ ਛੋਟਾ ਬੱਚਾ ਹੋਵੇ, ਉਹਨੂੰ ਆਮ ਹੀ ਆਪਾਂ ਵੱਡੇ ਬੱਚਿਆਂ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਹਿੱਤ ਕਰਦੇ ਹੁੰਦੇ ਆ ਮਾਂ ਪਿਓ ਦਾ। ਘਰਾਂ ਦੇ ਵਿੱਚ ਉਹ ਜ਼ਿਆਦਾ ਲਾਡਲਾ, ਜ਼ਿਆਦਾ ਪਿਆਰਾ ਹੁੰਦਾ ਹੈ। ਛੋਟੇ ਪੁੱਤਰ ਨਾਲ ਸੀ ਇਹਦਾ ਬਹੁਤ ਪ੍ਰੇਮ ਅਜਾਮਲ ਦਾ, ਤੇ ਹਮੇਸ਼ਾ ਹੀ ਉਹਨੂੰ ਪੁਕਾਰਦਾ ਰਹਿੰਦਾ ਸੀ ਨਾਰਾਇਣ ਨਾਰਾਇਣ। ਤੇ ਇਉਂ ਪ੍ਰਮਾਤਮਾ ਦੀ ਭਗਤੀ ਸਹਿਜ ਸੁਭਾਅ ਹੁੰਦੀ ਰਹਿੰਦੀ ਸੀ। ਤੇ ਜਦੋਂ ਇਹਦਾ ਅੰਤਮ ਸਮਾਂ ਆਇਆ ਤੇ ਉਦੋਂ ਵੀ ਇਹਨੇ ਛੋਟੇ ਪੁੱਤਰ ਨੂੰ ਯਾਦ ਕੀਤਾ, ਉਸ ਵੇਲੇ ਵੀ ਨਾਰਾਇਣ ਨਾਰਾਇਣ ਕਹਿੰਦਾ ਹੋਇਆ ਹੀ ਚੜ੍ਹਾਈ ਕੀਤਾ ਸੀ। ਤੇ ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾ ਕੇ ਹਿਰਦੈ ਵਸੈ। ਕਹਿੰਦੇ ਉਹ ਮੁਕਤ ਹੋ ਜਾਂਦਾ ਜਦੋਂ ਅੰਤਮ ਸਮੇਂ ਜੀਵਾ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦਾ, ਨਾਰਾਇਣ ਦਾ ਨਾਮ ਹੋਵੇ। ਸ਼ਬਦ ਤਾਂ ਇਹ ਕਾਫੀ ਵੱਡਾ, ਕਿਉਂਕਿ ਸਮੇਂ ਦੀ ਸਮਾਪਤੀ ਹੈ, ਇਸ ਕਰਕੇ ਮੈਂ ਸਾਰੇ ਸ਼ਬਦ ਦੇ ਅਰਥ ਨਹੀਂ ਕੀਤੇ। ਵੀ ਅੰਤ ਸਮੇਂ ਜਿਹੜਾ ਲక్ష్ਮੀ ਨੂੰ ਸਿਮਰਦਾ ਹੈ ਉਹ ਸੱਪ ਬਣ ਕੇ ਤੇ ਅਗਲੀ ਜੂਨੀ ਵਿੱਚ ਪੈਂਦਾ, ਜਿਹੜਾ ਅੰਤਮ ਸਮੇਂ ਆਪਣੇ ਲੜਕਿਆਂ ਨੂੰ, ਧੀਆਂ ਪੁੱਤਰਾਂ ਨੂੰ ਯਾਦ ਕਰਦਾ ਮਰ ਜਾਂਦਾ ਤੇ ਉਹਨੂੰ ਅਗਲਾ ਜਨਮ ਸੂਰ ਦਾ ਮਿਲਦਾ ਹੈ, ਕਿਉਂਕਿ ਸੂਰ ਦੇ ਬਹੁਤ ਸਾਰੇ ਬੱਚੇ ਬੱਚੀਆਂ ਹੁੰਦੇ ਆ। ਤੇ ਇਸੇ ਤਰ੍ਹਾਂ ਹੋਰ ਵੀ ਅੰਤ ਕਾਲ ਜੋ ਮੰਦਰ ਸਿਮਰੈ, ਘਰਾਂ ਦੇ ਵਿੱਚ, ਕੋਠੀਆਂ ਦੇ ਵਿੱਚ ਜਿਹਦੀ ਸੁਰਤ ਰਹਿ ਜਾਂਦੀ ਆ, ਅਗਲਾ ਜਨਮ ਉਹਨੂੰ ਪ੍ਰੇਤ ਦੀ ਜੂਨੀ ਮਿਲਦੀ ਹੈ। ਇਹ ਗੁਰਬਾਣੀ ਦੇ ਸ਼ਬਦ ਦੀ ਸੰਖੇਪ ਵਿਆਖਿਆ ਹੈ। ਸੋ ਕਹਿੰਦੇ ਇਸ ਪ੍ਰਕਾਰ ਅਜਾਮਲ ਦਾ ਉਧਾਰ ਹੋਇਆ। ਕੁਬਜ ਜਿਹੜੀ ਇਹ ਕੁਬਜਾਂ ਸੀ, ਕੁੱਬੀ ਸੀ, ਸੋ ਇਹ ਜਿਹੜੀ ਹੈ ਕੰਸ ਦੇ ਦਰਬਾਰ ਦੇ ਵਿੱਚ ਵਟਣਾ ਵਿਸ਼ੇਸ਼ ਕਰਕੇ ਇਹ ਬਣਾਉਂਦੀ ਹੁੰਦੀ ਸੀ, ਬੜਾ ਵਧੀਆ ਵਟਣਾ ਬਣਾਉਂਦੀ ਸੀ। ਤੇ ਇਹਨੇ ਕੰਸ ਵਾਲਾ ਜਿਹੜਾ ਵਟਣਾ ਸੀ ਨਾ, ਇੱਕ ਵਾਰ ਭਗਵਾਨ ਕ੍ਰਿਸ਼ਨ ਜੀ ਨੂੰ ਲਾਇਆ ਸੀ। ਭਗਵਾਨ ਜੀ ਇਹਦੀ ਸੇਵਾ ਤੋਂ ਖੁਸ਼ ਹੋਏ ਤੇ ਇਹਦੇ ਪੈਰ ਦੇ ਅੰਗੂਠੇ ਦੇ ਉੱਤੇ ਪੈਰ ਧਰ ਕੇ ਤੇ ਠੋਡੀ ਤੋਂ ਫੜ ਕੇ ਨਾ ਤੇ ਇਹਨੂੰ ਉੱਪਰ ਨੂੰ ਖਿੱਚ ਦਿੱਤਾ ਸੀ ਤੇ ਇਹਦਾ ਸਰੀਰ ਸਿੱਧਾ ਕਰ ਦਿੱਤਾ ਸੀ।
ਸੋ ਇਹ ਕੁਬਜਾਂ ਦਾ ਕੁਬਜ ਸਿੱਧਾ ਕੀਤਾ ਸੀ, ਜਿਹੜੀ ਇੱਕ ਕੁੱਬੀ ਸੀ ਕੁੱਬਾਪਣ ਦੂਰ ਕੀਤਾ। ਇਹਦਾ ਉਧਾਰ ਭਗਵਾਨ ਨੇ ਕੀਤਾ ਦਿਆਲ ਹੋ ਕੇ। ਤੇ ਭਿਲਾਏ ਜਿਹੜੀ ਭੀਲਣੀ ਹੈ ਉਹਦਾ ਵੀ ਉਧਾਰ ਭਗਵਾਨ ਰਾਮਚੰਦਰ ਜੀ ਨੇ ਕੀਤਾ ਸੀ। ਜਿਹੜੀ ਪੰਪਾ ਸਰ ਸਰੋਵਰ ਦੇ, ਪੰਪਾ ਨਦੀ ਦੇ ਨੇੜੇ ਜਿਹੜਾ ਸਰੋਵਰ ਬਣਿਆ ਹੋਇਆ ਸੀ, ਝੀਲ ਬਣੀ ਹੋਈ ਸੀ, ਉਹਦੇ ਕਿਨਾਰੇ ਬੈਠੀ ਪ੍ਰੇਮ ਨਾਲ ਭਗਵਾਨ ਰਾਮਚੰਦਰ ਜੀ ਨੂੰ ਯਾਦ ਕਰਦੀ ਸੀ, ਜਿਹਦੇ ਬਾਬਤ ਵਿਦਵਾਨਾਂ ਨੇ ਲਿਖਿਆ ਹੈ ਕਿ ਭਗਵਾਨ ਜੀ ਨੇ ਜੂਠੇ ਬੇਰ ਵੀ ਇਹ ਭੀਲਣੀ ਦੇ ਪ੍ਰੇਮ ਦੇ ਵਿੱਚ ਆ ਕੇ ਖਾਧੇ। ਸੋ ਇਹ ਭੀਲਣੀ ਦਾ ਵੀ ਉਧਾਰ ਹੋਇਆ ਜਦੋਂ ਭਗਵਾਨ ਜੀ ਇਹਦੇ ਉੱਤੇ ਦਿਆਲ ਹੋਏ। ਸੋ ਕਵੀ ਜੀ ਕਹਿ ਰਹੇ ਆ, ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਉੱਤੇ ਵੀ ਪਰਮੇਸ਼ਰ ਭਗਵਾਨ ਗੁਰੂ ਪੀਰ ਦਿਆਲ ਹੋ ਜਾਂਦਾ ਹੈ, ਸੋ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਾਰੇ ਹੀ ਦੁੱਖ ਮਿਟ ਜਾਂਦੇ ਆ, ਉਹਦੇ ਸਾਰੇ ਦੋਸ਼ ਔਗਣ ਦੂਰ ਹੋ ਕੇ ਉਹਦਾ ਭਲਾ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਕਵੀ ਜਨ ਹੈ ਸਵਾਲਾਂ ਦੇ ਜਵਾਬ ਦੇ ਰਹੇ ਹੈ। ਸੋ ਅੱਗੇ ਆਪਾਂ ਜਿਹੜਾ ਰਹਿੰਦਾ ਪ੍ਰਸੰਗ ਹੈ ਇਹ ਕੱਲ੍ਹ ਵਿਚਾਰਾਂਗੇ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਸੋ ਆਪਾਂ ਹੌਲੀ ਹੌਲੀ ਜਿਵੇਂ ਜਿਵੇਂ ਕਵੀਆਂ ਦੇ ਨਾਲ ਸੰਵਾਦ ਹੋਵੇਗਾ, ਕਈ ਦਿਨਾਂ ਦੇ ਵਿੱਚ ਇਹ ਪ੍ਰਸੰਗ ਆਪਾਂ ਸਮਾਪਤੀ ਵੱਲ ਲੈ ਕੇ ਜਾਵਾਂਗੇ। ਸੋ ਜਿਵੇਂ ਅੱਗੇ ਪ੍ਰਸੰਗ ਆਵੇਗਾ ਉਹ ਆਪਾਂ ਅੱਗੇ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਸ਼ੁੱਧਤਾ ਬਖਸ਼ਣ, ਸਮੱਤ ਬਖਸ਼ਣ, ਆਪ ਜੀ ਦੇ ਚਰਨਾਂ ਦੀ ਸੇਵਾ ਬਖਸ਼ਣ। ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਆਪਾਂ ਅਰਦਾਸ ਵਿੱਚ ਸ਼ਾਮਲ ਹੋਈਏ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ नाथ सखे दीन दर्द निवार। हे समर्थ आगम पूरन मोहे मया तहार, अंधकूप महापयहान नानक पार उतार। वाहिगुरु जी का खालसा वाहिगुरु जी की फतेह। तू ठाकुर तुम